ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਭਗਤ ਰਵਿਦਾਸ ਜੀ ਕੀ ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ ਗੋਸਈਆਂ ਮੇਰਾ ਮਾਥੈ ਛਤਰ ਧਰੈ। ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ਼ ਗੋਸਈਆਂ ਮੇਰਾ ਮਾਥੈ ਛਤਰ ਧਰੈ। ਰਹਾਉ ਜਾਂ ਕੀ ਛੋਤ ਜਗਤ ਕੋ ਲਾਗੈ, ਤਾਮ ਪਰ ਤੂੰ ਹੀ ਟਰੈ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਕਾਹੂੰ ਤੇ ਨਾ ਡਰੈ। ਨਾਮਦੇਵ ਕਬੀਰ ਤਰਲੋਚਨਾ, ਸਦਨਾ ਸੈਨ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰਿ ਜੀਓ ਤੇ ਸਭੈ ਸਰੈ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰਿ ਜੀਓ ਤੇ ਸਭੈ ਸਰੈ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਾਰੇ ਬੜਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰਬਾਣੀ ਸੁਣਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਜੋ ਦੌਰ ਹੈ, ਜੋ ਅੱਜ ਦਾ ਸਮਾਂ ਹੈ, ਗੁਰਬਾਣੀ ਨਾਲੋਂ ਵਿਛੜ ਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਦੇ ਅਸੀਂ ਬਹੁ ਗਿਣਤੀ ਦੇ ਵਿੱਚ ਧਾਰਨੀ ਹੋ ਚੁੱਕੇ ਹਾਂ। ਇਸ ਕਰਕੇ ਸਾਡੀ ਉਸ ਗੁਰੂ ਦੇ ਨਾਲ ਸਾਂਝ ਜੋ ਪੈਂਦੀ ਹੈ ਹਰ ਰੋਜ਼ ਦੀ ਤਰ੍ਹਾਂ, ਇਹ ਸਾਡੇ ਵੱਡੇ ਭਾਗਾਂ ਦੀ ਕਿਸਮਤ ਦੀ ਨਿਸ਼ਾਨੀ ਹੈ। ਆਓ ਗੁਰਫਤਿਹ ਦੀ ਸਾਂਝ ਪਾਈਏ। ਨਾਲ ਦੀ ਨਾਲ ਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਗੁਰਬਾਣੀ ਗਿਆਨ ਦੀ ਵੀ ਸਾਂਝ ਪਾਵਾਂਗੇ। ਸਭਨਾਂ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਸਾਡੀ ਪੂਰੀ ਮਨੁੱਖਤਾ ਦੀ ਮਹਾਨ ਸ਼ਖਸੀਅਤ, ਜਿਨ੍ਹਾਂ ਦੇ ਸੰਬੰਧ ਵਿੱਚ ਜੀਵਨ ਨਾਲ ਮਿਲਦੇ ਹੋਏ ਸ਼ੋਭਾ ਕਰਨ ਵਾਲੇ ਬਚਨ ਸ਼ਾਇਦ ਸਾਨੂੰ ਸਾਡੇ ਹਿਰਦੇ ਦੀ ਤਿਜੋਰੀ ਵਿੱਚੋਂ ਨਾ ਲੱਭਣ। ਅਸੀਂ ਉਸ ਮਹਾਨ ਭਗਤ ਦੀ, ਮਹਾਨ ਯੋਧੇ ਦੀ, ਮਹਾਨ ਗੁਣਾਂ ਦੇ ਖਜ਼ਾਨੇ ਰੱਬੀ ਪਿਆਰੇ ਦੀ ਜ਼ਿੰਦਗੀ ਦੇ ਵਿੱਚੋਂ ਕੁਝ, ਗੁਰਬਾਣੀ ਦੇ ਵਿੱਚੋਂ ਕੁਝ ਵਿਚਾਰਾਂ ਕਰਨੀਆਂ ਨੇ। ਉਸ ਮਹਾਨ ਯੋਧੇ ਦਾ ਨਾਮ ਹੈ, ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਬੜਾ ਅਹਿਮ ਥਾਂ ਮਿਲਿਆ, ਅਹਿਮ ਜਗ੍ਹਾ ਮਿਲੀ ਹੋਈ ਹੈ, ਭਗਤ ਰਵਿਦਾਸ ਜੀ। ਸ਼ਾਇਦ ਸਭਨਾਂ ਥਾਵਾਂ ਤੇ ਭਗਤ ਰਵਿਦਾਸ ਜੀ ਦੇ ਨਾਂ ਤੇ ਅਖੰਡ ਪਾਠ ਸਾਹਿਬ, ਉਹਨਾਂ ਦੇ ਨਾਮ ਤੇ ਨਗਰ ਕੀਰਤਨ, ਉਹਨਾਂ ਦੇ ਨਾਮ ਤੇ ਲੰਗਰ, ਕਵਿਤਾਵਾਂ, ਪੱਥਰ ਦੀਆਂ ਮੂਰਤਾਂ ਨੂੰ ਬਣਾ ਕੇ ਸਾਡੇ ਸੰਸਾਰ ਦੇ ਵਿੱਚ ਦਿਨ ਮਨਾਏ ਜਾਂਦੇ ਨੇ, ਆਰਤੀਆਂ ਕਰਕੇ। ਅਸੀਂ ਗੁਰੂ ਨੂੰ ਪੁੱਛਣਾ, ਭਗਤ ਜੀ ਨੂੰ ਪੁੱਛਣਾ ਕਿ ਜੋ ਅਸੀਂ ਕਰ ਰਹੇ ਹਾਂ, ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹੋ? ਮੈਨੂੰ ਜਾਪਦਾ ਵੀ ਭਗਤ ਜੀ ਜਵਾਬ ਦੇਣਗੇ। ਚਲੋ ਆਪਣੀ ਤਮੰਨਾ ਵੀ ਅਸੀਂ ਅਖੰਡ ਪਾਠ ਸਾਹਿਬ, ਨਗਰ ਕੀਰਤਨ, ਜਾਂ ਮੰਨ ਲਵੋ ਕਿਸੇ ਵੀ ਤਰ੍ਹਾਂ ਦਾ ਕੋਈ ਲੰਗਰ ਆਦਿਕ ਚਲਾਉਣਾ, ਇੱਕੋ ਬਾਹਰੀ ਤੌਰ ਤੇ ਕੁਝ ਸਾਨੂੰ ਸੁਨੇਹਾ ਦੇ ਸਕਦਾ ਥੋੜਾ ਬਹੁਤਾ, ਪਰ ਜੋ ਗੁਰਬਾਣੀ ਭਗਤ ਜੀ ਦੀ ਪੜ੍ਹ ਕੇ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹ ਕੇ ਤੇ ਭਗਤ ਜੀ ਦੇ ਜੀਵਨ ਦੇ ਵਿੱਚ ਕੀ ਕੀ ਦੁੱਖ ਤਕਲੀਫਾਂ ਆਈਆਂ, ਕੀ ਕੀ ਉਹਨਾਂ ਨੂੰ ਤਸੀਹੇ ਝੱਲਣੇ ਪਏ, ਕੀ ਕੀ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਤੇ ਉਹ ਗੱਲਾਂ ਨੂੰ ਪੜ੍ਹ ਸੁਣ ਕੇ ਜੀਵਨ ਦੇ ਵਿੱਚ ਬਦਲਾ ਆ ਸਕਦਾ। ਸਾਡਾ ਮੁੱਖ ਵਿਸ਼ਾ ਇਹੀ ਹੁੰਦਾ ਵੀ ਜ਼ਿੰਦਗੀ ਨੂੰ ਬਦਲਣਾ, ਪਰ ਗੁਰੂ ਕਿਰਪਾ ਕਰੇ ਖੈਰ ਅਸੀਂ ਇਸ ਗੱਲ ਤੋਂ ਥੋੜੇ ਬਹੁਤੇ ਪਿਛਾਂਹ ਹਾਂ, ਅਣਜਾਣ ਹਾਂ। ਆਓ ਗੁਰੂ ਦੇ ਇਹਨਾਂ ਦਾਨੇ ਪੁਰਖਾਂ ਦੇ, ਭਗਤਾਂ ਦੇ ਜੀਵਨ ਦੀ ਸੁਗੰਧੀ ਨੂੰ ਆਪਾਂ ਕੋਸ਼ਿਸ਼ ਕਰੀਏ ਥੋੜੇ ਟਾਈਮ ਦੇ ਵਿੱਚ ਸਾਡੀ ਜ਼ਿੰਦਗੀ ਦੀ ਇੱਕ ਖੁਸ਼ਬੂ ਬਣ ਜਾਵੇ। ਉਹਨਾਂ ਦੇ ਜੀਵਨ ਵਿੱਚੋਂ ਖੁਸ਼ਬੂ ਉਧਾਰੀ ਲੈ ਕੇ ਨਾ ਸਾਡੀ ਜ਼ਿੰਦਗੀ ਦੀ ਵੀ ਇੱਕ ਖੁਸ਼ਬੂ ਬਣ ਜਾਵੇ, ਅਸੀਂ ਵੀ ਮਹਿਕ ਉਹਨਾਂ ਭਗਤਾਂ ਵਾਂਗ ਖਿਲਾਰ ਸਕੀਏ। ਜਿਵੇਂ ਉਹਨਾਂ ਭਗਤਾਂ ਨੇ ਕ੍ਰਾਂਤੀ ਲਿਆਂਦੀ ਆ ਨਾ, ਤੇ ਸਾਡੇ ਜੀਵਨ ਦੇ ਵਿੱਚ ਵੀ ਇੱਕ ਹੌਸਲਾ ਜਿਹਾ ਬਣ ਜਾਵੇ, ਅਸੀਂ ਵੀ ਕ੍ਰਾਂਤੀ ਲਿਆਉਣ ਜੋਗੇ ਬਣ ਜਾਈਏ। ਉਸ ਭਗਤ ਜੀ ਦੇ ਮਾਤਾ ਪਿਤਾ ਦਾ ਨਾਮ, ਜੋ ਉਹਨਾਂ ਦੇ ਪਰਿਵਾਰ ਦਾ ਪਿਛੋਕੜ, ਆਓ ਥੋੜੀ ਜਿਹੀ ਉਹਦੇ ਬਾਰੇ ਜਾਣਕਾਰੀ। ਭਗਤ ਰਵਿਦਾਸ ਜੀ ਦਾ ਆਪਾਂ ਨੂੰ ਪਤਾ ਵੀ ਜੋ ਜਨਮ ਹੈਗਾ 1378 ਈਸਵੀ ਦੇ ਵਿੱਚ ਹੁੰਦਾ। ਮਾਤਾ ਦਾ ਨਾਮ ਕਰਮਾ ਦੇਵੀ ਜਾਂ ਦਿਆਰੀ ਜੀ ਵੀ ਕਿਹਾ ਜਾਂਦਾ ਹੈ। ਪਿਤਾ ਦਾ ਨਾਮ ਰਾਮੂ ਵੀ ਲਿਖਿਆ ਤੇ ਮਾਨਦਾਸ ਵੀ ਲਿਖਿਆ। ਇਉਂ ਮੰਨ ਲਓ ਵੀ ਦੋ ਦੋ ਨਾਮ, ਜਿਵੇਂ ਆਪਣੇ ਵੀ ਦੋ ਦੋ ਨਾਮ ਹੁੰਦੇ ਆ। ਤੇ ਉਹਨਾਂ ਦਾ ਜਨਮ ਸਥਾਨ ਕਾਂਸੀ, ਉੱਤਰ ਪ੍ਰਦੇਸ਼। ਉਹਨਾਂ ਦੇ ਪਰਿਵਾਰ ਦੀ ਜੋ ਲੜੀ ਆ, ਪਰਿਵਾਰ ਦਾ ਜੋ ਪਿਛੋਕੜ ਇਸ ਤਰ੍ਹਾਂ ਦਾ, ਬੇਟਾ ਹੋਇਆ ਜਿਹਦਾ ਨਾਮ ਵਿਜੈ ਦਾਸ, ਜੋ ਉਹਨਾਂ ਦੀ ਧਰਮ ਪਤਨੀ ਹੈ, ਜਿਨ੍ਹਾਂ ਦਾ ਨਾਮ ਆਪਾਂ ਨੂੰ ਪਤਾ ਸਾਡੇ ਹੀ ਇਤਿਹਾਸ ਨੇ ਲੋਣਾ ਦੇ ਨਾਲ ਯਾਦ ਕੀਤਾ ਗਾ। ਤੇ ਭਗਤ ਜੀ ਦੀ ਜੋ ਸਭ ਤੋਂ ਵੱਡੀ ਅਹਿਮ ਜ਼ਿੰਦਗੀ ਦੀ ਵਿਸ਼ੇਸ਼ ਥਾਂ ਗੀ, ਵਿਸ਼ੇਸ਼ ਜਗ੍ਹਾ ਗੀ, ਉਹ ਹੈ ਕਿ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਲਿਆ ਕੇ ਬਹਾਇਆ।
40 शब्द 16 रागां दे विच भगत जी ने दर्ज कीते ने। चलो बाकी कोई गल नहीं, वैसे आपां नूं नाम भगतां दे माता पिता दे जिन्नी जानकारी मिले लै लैनी चाहीदी है, पर मैं समझदा भी वाधू इदां दा पिछोकड़ फरोलण दी बजाए चलो जानकारी लै लैनी कोई गुनाह नहीं। साडा दिमाग, साडे दिमाग दी जो कंपैसिटी है वो किन्ना कुछ डाटा सामभ के रख सकदी है, रख लवो। पर मैनू इउं जापदा भी जो भगत जी दे स्पैशल गुण ने, जिहड़ी विचार आपां नूं जिंदगी दे विच चाहीदी है ना, ते ओनू आपां स्पैशल थां दे दईए। उदाहरण, जोड़ा भी काम आपां करदे हैं ना दिन दे विच अपनी वेरवा लिस्ट बन जांदी है एक भी आ काम असीं पहलां करने ने, ते दूजा काम रह जू तां भी कोई नहीं, जे हो जू तां भी कोई नहीं। ਜਿਹੜਾ ਮੇਨ ਕੰਮ ਆ ਉਹ ਆਪਾਂ ਪਹਿਲਾਂ ਕਰਨਾ। ਇਵੇਂ ਜਿਵੇਂ ਜਿਹੜਾ ਮੇਨ ਗੱਲ ਆ ਨਾ, ਭਗਤ ਜੀ ਨੇ ਗੁਰਬਾਣੀ ਦੇ ਵਿੱਚ ਕਿੰਨੇ ਸ਼ਬਦ ਉਚਾਰਨ ਕੀਤੇ? 40। ਕਿੰਨੇ ਰਾਗਾਂ ਵਿੱਚ? 16 ਰਾਗਾਂ ਦੇ ਵਿੱਚ। ਤੇ ਉਹਨਾਂ 40 ਸ਼ਬਦਾਂ ਦੇ ਵਿੱਚ ਕੀ ਸਮਝਾਇਆ, ਇਹ ਸਾਡੇ ਧਿਆਨ 'ਚ ਹੋਣਾ ਜ਼ਰੂਰੀ ਆ। ਬਾਕੀ ਜਾਣਕਾਰੀ ਲੈਣੀ ਕੋਈ ਗੁਨਾਹ ਨਹੀਂ, ਪਰ ਇਹ ਅਤੀ ਜ਼ਰੂਰੀ ਆ, ਇਹਨੂੰ ਸੰਭਾਲਣਾ ਆਪਾਂ। 40 ਸ਼ਬਦ ਉਚਾਰਨ ਕੀਤੇ ਨੇ 16 ਰਾਗਾਂ ਦੇ ਵਿੱਚ। भगत जी की टोटल उम्र 151 साल मन्नी जाती है। संसार दे विच जो रहण दा उन्हां नूं समां मिलिया। जिंदगी दे विच बड़े रब दे प्यारे उन्हां दे नाल मेल मलापड़े वाले सन। भगत सैन जी, भगत कबीर जी, भगत पीपा जी, गुरु नानक साहब, पंडित चतरदास वर्गे अनेकां उन्हां दे उपासक भी होए, जिन्हों आपां प्रेमी कह दईए, जिन्हां दे अंदर भगत जी की प्रथाए बिल्कुल सच्चा प्यार सी। इदां झूठा प्यार नहीं, सच्चा प्यार सी। फिर चलो उन्हां भगत जी दे पूरे शब्दां दे विचों आपां एक शब्द दी विचार करांगे, नाल नाल भगत जी दा जीवन। कोशिश ये होगी नाल नाल भगत रविदास जी दा जीवन। कित्ता गा चमड़े दा काम करना। तो चलो मैं जात वैसे गुरमत के मुताबिक आपां मनदे नहीं इस गल नूं, तुसीं सारे सियाणे दाने पुरख बैठे हो। चमड़े का काम करन करके जात का नाम चमार बनिया होया, पर गुरमत आ जिहड़ी वो सारिआं नूं चमार कहंदी है। क्यों? क्योंकि अज असीं चमड़े दे आशिक हां। मैं तुहाडे चमड़े दा आशिक हां, तुसीं मेरे चमड़े दे आशिक हो। साडा सारिआं दा ध्यान चमड़े ते आ। लड़के लड़की दी ਜਦੋਂ ਵਿਆਹ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ, ਜਿਹਨੂੰ ਆਪਾਂ ਕਹਿ ਦਈਏ ਲੜਕੇ ਵਾਲੇ ਲੜਕੀ ਵਾਲਿਆਂ ਦਾ ਪਰਿਵਾਰ ਵੇਖਣ ਆਉਂਦੇ ਆ ਤੇ ਲੜਕੀ ਵਾਲੇ ਲੜਕੇ ਵਾਲਿਆਂ ਦਾ ਪਰਿਵਾਰ ਵੇਖਣ ਆਉਂਦੇ ਆ, ਉਦੋਂ ਜ਼ਿਆਦਾਤਰ ਸਾਡਾ ਸਾਰਿਆਂ ਦਾ ਧਿਆਨ ਸਕਿਨ ਤੇ ਹੁੰਦਾ, ਚਮੜੇ ਤੇ ਹੁੰਦਾ। ਜੇ ਨਹੀਂ ਹੁੰਦਾ ਦੱਸ ਦਿਓ। ਇੱਥੇ ਆਪਾਂ ਗੁਰੂ ਕੋਲੇ ਆਏ ਨਾ, ਇੱਥੇ ਵੀ ਬਹੁਤਿਆਂ ਦਾ ਧਿਆਨ ਚਮੜੇ ਤੇ ਹੁੰਦਾ ਹੈਗਾ, ਤੇ ਅਸੀਂ ਕੀ ਆ? ਚਮਿਆਰ। कौन कहता भी असीं पंडित असीं सुनियार हाँ, असीं फलाने हाँ, असीं फलाने हाँ? ना ना ना, साडा ध्यान भी चमड़े। ओ लोग सन जिहड़े कित्ता करदे सन, आशकी नहीं कीती, कित्ता कीता। असीं ओ लोकां कित्ता नहीं करदे, आशकी करदे हां। सो गुरु साहब जी कहंदे बच्चो ये चमियार नहीं बनना गा आपां इदां दे। हाँ जे बनना तां भगत जी वाला जीवन पढ़ के वेखो। ते हुण भगत जी दा जिहड़ा जीवन आगा वो कैसा है? भगत जी ने अपनी पावन बाणी वो आप पहला सुन चुके हैं। गुरु ग्रंथ साहब महाराज जी की पावन बाणी दे विच 40 शब्द सानू परोस के दिते ने। उन्हां शब्दां दे विचों एक शब्द आ जिहड़ा वो आपां विचारना, जो कि गुरु ग्रंथ साहब जी की पावन बाणी 1106 नंबर अंग ते सुशोभित है। सतगुरु पातशाह जिक्र करते ने, ऐसी लाल तुझ बिन कौन करे। किड्डा बड़ा भरोसा हो एक दिहाड़ीदार परिवार विच जन्मे हुए जोधे नूं किस ते ओ परमात्मा ते। देखो जे अंदर प्यार है ना, फिर ये गल निकलदी है भी ऐसी लाल तुझ बिन कौन करे। तेरी कुदरती सुभाग है, इत्थे अनाउंसमेंट कर दो जी नीले कार्ड बनणगे भाई, ते आटा ते कणक फ्री मिलू। उहदे विच बड़े बड़े परिवारां दी भी लैण लग जूगी। कहंदे की हुंदा वधिया गल समां दी, कहंदे 2-4 किलो जिहड़ा मिलदा आपां नूं ओही चंगा। पर ਉਹ ਲੋਕ ਨੇ ਜਿਨ੍ਹਾਂ ਨੂੰ ਅੱਜ ਕੇਵਲ ਤੇ ਕੇਵਲ ਨਿੱਕੇ ਜਿਹੇ ਬਣਾ ਕੇ ਵਿਖਾ ਰਹੇ ਹਾਂ ਅਸੀਂ। ਇਹ ਉਹ ਲੋਕ ਨੇ ਜਿਨ੍ਹਾਂ ਨੇ ਰਾਜਿਆਂ ਵੱਲੋਂ ਆਏ ਹੋਏ ਆਫਰਾਂ ਨੂੰ
ਦਿੱਤੀਆਂ ਹੋਈਆਂ ਨਾ ਕੰਡੀਸ਼ਨਾਂ ਨੂੰ ਪੈਰਾਂ ਨਾਲ ਠੋਕਰਿਆ ਪਿਆ ਗਾ। ਤੈਨੂੰ ਰਾਜ ਭਾਗ ਮਿਲ ਸਕਦਾ, ਤੂੰ ਜੋ ਚਾਹੁੰਦਾ ਉਹ ਮਿਲ ਸਕਦਾ, ਪਰ ਸੱਚ ਨਾ ਬੋਲ। ਇਹ ਉਹ ਲੋਕ ਨੇ ਜਿਨ੍ਹਾਂ ਨੇ ਪੈਰਾਂ ਨਾਲ ਠੋਕਰਾਂ ਮਾਰੀਆਂ। ਪ੍ਰਤਿਆ ਕੇ ਦੇਖ ਲਓ, ਆਪਾਂ ਰੋਜ਼ ਹੀ ਬੋਲਦੇ ਹਾਂ ਵੀ ਅੱਜ ਭਾਈ 5 ਲੱਖ ਖਾਲਾ, ਅੱਜ 2 ਲੱਖ ਖਾਲਾ, ਅੱਜ ਫਲਾਨਾ ਬਣੂਗਾ, ਲੈਣਾ ਲੱਗ ਜਾਂਦੀਆਂ। ਕਦੇ ਨਾ ਕਦੇ ਸਾਡੇ ਜੀਵਨ ਵਿੱਚ ਵੀ ਇਦਾਂ ਦਾ ਭਰੋਸਾ ਹੋਵੇ, ਤੁਝ ਬਿਨ ਕੌਣ ਕਰੇ, ਵੀ ਤੈਥੋਂ ਬਿਨਾਂ ਮੇਰੀ ਬਾਂਹ ਕੌਣ ਫੜ ਸਕਦਾ। ਤੂੰ ਲੱਖਾਂ ਨਹੀਂ ਦਿੰਦਾ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਮੰਗ ਕੇ ਦੇਖ, ਪਰ ਇੱਕ ਵਾਰੀ ਮੰਗਣ ਦੀ ਜਾਂਚ ਆ ਜਾਵੇ। ਇੱਥੇ ਭਗਤ ਜੀ ਜ਼ਿਕਰ ਕਰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਐ ਮੇਰੇ ਵਾਹਿਗੁਰੂ ਜੀ, ਮੇਰੇ ਰੱਬ ਜੀ, ਮੇਰੇ ਸੁਹੰ ਜੀ, ਮੇਰੀ ਤੇਰੇ ਅੱਗੇ ਬੇਨਤੀ ਆ, ਤੇਰੇ ਅੱਗੇ ਇੱਕ ਅਰਦਾਸ ਹੈ, ਜੋਦੜੀ ਹੈ। ਉਹ ਜੋਦੜੀ ਕਿਹੜੀ ਆ? ਮੇਰੇ ਜੀਵਨ ਦੇ ਵਿੱਚ ਜੇ ਖੁਸ਼ਬੂ ਪਾਉਣ ਵਾਲਾ ਹੈ ਤਾਂ ਤੂੰ ਆ। ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ, ਤੂੰ ਗਰੀਬਾਂ ਨੂੰ ਨਵਾਜਣ ਵਾਲਾ। ਗੁਸਈਆਂ ਮੇਰਾ, ਐ ਲੋਕੋ ਆ ਗਰੀਬ ਨਵਾਜਾਂ ਨੂੰ, ਵਾਹਿਗੁਰੂ ਗਰੀਬਾਂ ਨੂੰ ਨਵਾਜਣ ਵਾਲਾ ਮੇਰਾ ਦਾਤਾ ਗਾ। ਗਰੀਬ ਨਵਾਜ ਗੁਸਈਆਂ ਮੇਰਾ, ਮਾਥੈ ਛਤਰ ਧਰੈ। ਆਪਾਂ ਕਈ ਦਿਨ ਪਿੱਛੇ ਇੱਕ ਦਿਨ ਵਿਚਾਰ ਕੀਤੀ ਸੀ, ਮੱਥੇ ਤੇ ਕਿਹੜਾ ਛਤਰ ਝੁੱਲਦਾ। ਇੱਥੇ ਭਗਤ ਜੀ ਨੇ ਕਿਹਾ, ਸੱਚਮੁੱਚ ਨਾ ਮੇਰੇ ਮੱਥੇ ਤੇ ਮੇਰੇ ਵਾਹਿਗੁਰੂ ਨੇ, ਮੇਰੇ ਦਾਤੇ ਨੇ, ਮੇਰੇ ਰੱਬ ਜੀ ਨੇ ਛਤਰ ਝੂਲਣ ਲਾ ਦਿੱਤਾ। ਗਰੀਬ ਨਵਾਜ ਗੁਸਈਆਂ ਮੇਰਾ, ਮਾਥੈ ਛਤਰ ਧਰੈ। ਹੁਣ ਚਲੋ ਉੱਥੇ ਆਪਾਂ ਵਿਚਾਰ ਕੀਤੀ ਸੀ, ਮਾਥੈ ਛਤਰ ਧਰੈ, ਬਾਹਰੀ ਤੌਰ ਤੇ ਜਿਹੜਾ ਛਤਰ ਝੂਲਦਾ ਸ਼ਾਇਦ ਇੱਕ ਦਿਨ ਆਵੇਗਾ, ਉਹ ਪਾਸੇ ਵੀ ਹੋ ਸਕਦਾ। ਕਿੱਦੇ ਜਿੱਦੇ ਚਲੋ ਮੰਨ ਲਓ ਵੈਸੇ ਰਸਤੇ 'ਚ ਗਿਰਾਵਟ ਕੋਈ ਨਹੀਂ, ਮੰਨ ਲਓ ਸਾਡੀ ਭਾਵਨਾ ਮੁਤਾਬਕ ਰੁਕਾਵਟ ਗਿਰਾਵਟ ਰਸਤੇ ਵਿੱਚ ਕੋਈ ਨਹੀਂ, ਪਰ ਫਿਰ ਵੀ ਇੱਕ ਦਿਨ ਐਸਾ ਆਵੇਗਾ ਵੀ ਜਿੱਦੇ ਅਸੀਂ 5 ਭੌਤਿਕ ਸਰੀਰ ਛੱਡ ਗਏ, ਉਹ ਮੱਥੇ ਤੇ ਝੂਲਣ ਵਾਲਾ ਛਤਰ ਆ ਜਿਹੜਾ ਉਹ ਪਾਸੇ ਹੋ ਜਾਵੇਗਾ। ਚਲੋ ਜਿਹੜਾ ਛਤਰ ਸਾਡੇ ਦਿਮਾਗ ਵਿੱਚ, ਉਹ ਪਰਮਾਤਮਾ ਨੇ ਸੱਚ ਦਾ ਝੂਲਣ ਲਾਤਾ ਨਾ, ਧਰਮ ਦਾ ਝੂਲਣ ਲਾਤਾ, ਦੁਨੀਆ ਨਾਲ ਰੱਬ ਜੀ ਨਾਲ ਸਨੇਹ ਕਰਨ ਵਾਲਾ ਛਤਰ ਝੂਲਣ ਲਾ ਦਿੱਤਾ। ਤੇ ਉਹ ਭਾਵੇਂ ਭਗਤ ਜੀ ਕਹਿੰਦੇ ਮੇਰੀ ਉਮਰ 150 ਸਾਲ, ਭਾਵੇਂ 51 ਸਾਲ ਦੀ ਆ, ਪਰ ਉਹ ਛਤਰ ਕਦੇ ਟੁੱਟੇਗਾ ਨਹੀਂ, ਉਹ ਛਤਰ ਕਦੇ ਡਿੱਗੇਗਾ ਨਹੀਂ, ਉਹ ਛਤਰ ਕਦੇ ਪਾਸੇ ਨਹੀਂ ਹੋਵੇਗਾ। ਤੇ ਆਪਾਂ ਵੀ ਇਹ ਛਤਰ ਉਧਾਰਾ ਲੈ ਲਈਏ ਗੁਰੂ ਤੋਂ, ਵੀ ਸਾਡੇ ਵੀ ਦਿਮਾਗ ਦੇ ਵਿੱਚ ਗਿਆਨ ਦਾ ਛਤਰ ਝੂਲਣ ਲਾ ਦੇ। ਤੇ ਜਿਹੜੇ ਛਤਰ ਨੂੰ ਨਾ ਗੋਲੀਆਂ ਵੀ ਨਹੀਂ ਭੁੰਨ ਸਕਦੀਆਂ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਚੋਰ ਚੋਰੀ ਨਹੀਂ ਕਰਕੇ ਲਿਜਾ ਸਕਦਾ, ਲੁਟੇਰਾ ਲੁੱਟ ਨਹੀਂ ਸਕਦਾ, ਉਹ ਗਿਆਨ ਦਾ ਛਤਰ ਸਾਡੇ ਸਿਰ ਤੇ ਵੀ ਝੂਲਣ ਲਾ ਦੇ। ਤੇ ਗੁਰੂ ਐਸੀ ਗੱਲ ਨਹੀਂ ਵੀ ਸਾਡੀ ਨਾ ਸੁਣੇ, ਉਹ ਖੁਸ਼ ਆ, ਉਹ ਜ਼ਰੂਰ ਸੁਣੂਗਾ। ਦੂਸਰੀ ਗੱਲ, ਆਪ ਜੀ ਨੂੰ ਵੀ ਪਤਾ, ਭਗਤ ਜੀ ਦੇ ਜੀਵਨ ਵਿੱਚ ਬੜੀਆਂ ਰੁਕਾਵਟਾਂ ਆਈਆਂ, ਆਉਣੀਆਂ ਸੁਭਾਵਿਕ ਨੇ, ਆਉਣੀਆਂ ਸੁਭਾਵਿਕ ਨੇ। ਕਿਉਂ? ਕਿਉਂਕਿ ਉਹ ਇੱਕ ਦਿਹਾੜੀਦਾਰ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਨਾਲ ਸੰਬੰਧਿਤ ਹੈ। ਇੱਥੇ ਦੁਨੀਆ ਦਾ ਸੁਭਾਅ ਨਾ ਕੀ ਹੈਗਾ ਵੀ ਦੁਨੀਆ ਦੇ ਲੋਕ ਤਾਂ ਭਾਈ ਆਪਾਂ ਨੂੰ ਪਤਾ ਵਧੀਆ ਤੋਂ ਵਧੀਆ ਲੋਕਾਂ ਨੂੰ ਵੀ ਜ਼ਿੰਦਗੀ ਜਿਉਣ ਨਹੀਂ ਦਿੰਦੇਗੇ। ਤੇ ਪਰ ਜਿਹੜਾ ਗਰੀਬ ਪਰਿਵਾਰ ਦਾ ਹੋਵੇ ਉਹਦੇ ਲਈ ਸੋਚ ਕੇ ਦੇਖੋ ਵੀ ਨਹੀਂ, ਇਹ ਮੁਸ਼ਕਲ ਆ ਵੀ ਕੋਈ ਉੱਥੇ ਉਹਨਾਂ ਦੀ ਜ਼ਿੰਦਗੀ ਨੂੰ ਸੌਖੇ ਢੰਗ ਨਾਲ ਜੀਣ ਦੇ ਦੇਗਾ। ਉੱਥੇ ਤਾਂ ਗਿਰਾਵਟਾਂ ਮੁਸ਼ਕਲਾਂ ਆਉਣੀਆਂ ਸੁਭਾਵਿਕ ਆ ਨਾ। ਹੁਣ ਭਗਤ ਜੀ ਉਹ ਦਾਨੇ ਪੁਰਖ ਨੇ ਜਿਨ੍ਹਾਂ ਨੇ ਸੱਚ ਦੀ ਆਵਾਜ਼ ਬਨਾਰਸ ਦੀ ਧਰਤੀ, ਕਾਂਸੀ ਦੀ ਧਰਤੀ ਦੇ ਵਿੱਚ ਬੁਲੰਦ ਕੀਤੀ। ਚੇਤਾ ਰੱਖਿਓ, ਬਨਾਰਸ ਜਿਹਨੂੰ ਵਾਰਾਣਸੀ ਵੀ ਕਿਹਾ ਜਾਂਦਾ ਗਾ, ਇਹ ਉਹ ਆ ਜਿੱਥੇ ਕਿ ਪਹਿਲਾਂ ਤੋਂ ਪੁਰਾਤਨ ਵਕਤਾਂ ਤੋਂ ਇੱਕ ਵਿਦਿਆ ਦਾ ਗੜ੍ਹ ਮੰਨਿਆ ਗਿਆ ਸੀ, ਵਿਦਿਆ ਦਾ ਕੇਂਦਰ ਕਹਿ ਲਓ, ਮੰਨਿਆ ਗਿਆ ਸੀਗਾ। ਜਿਵੇਂ ਆਪਣੇ ਪਿੰਡਾਂ ਦੇ ਵਿੱਚ ਇੱਕ ਮਸ਼ਹੂਰ ਹੁੰਦਾ ਇਲਾਕਾ ਵੀ ਫਲਾਣੇ ਕੰਮ ਦੇ ਵਿੱਚ ਭਾਈ ਫਲਾਣਾ ਇਲਾਕਾ ਮਸ਼ਹੂਰ ਹੈਗਾ। ਕੁਦਰਤੀ ਗੱਲ, ਇਹ ਉਹ ਧਰਤੀ ਤੇ ਬਨਾਰਸ ਦੇ ਵਿੱਚ ਇਹ ਰੱਬ ਦੇ ਪਿਆਰਿਆਂ ਦਾ ਜਨਮ ਹੋਇਆ। ਭਗਤ ਕਬੀਰ ਸਾਹਿਬ ਵਰਗਿਆਂ ਦਾ, ਭਗਤ ਰਵਿਦਾਸ ਜੀ ਵਰਗਿਆਂ ਦਾ ਜਨਮ ਹੁੰਦਾ ਇੱਥੇ। ਪਰ ਹੁਣ ਜਨਮ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਜੇ ਤਾਂ ਕੋਈ ਬਾਹਰੋਂ ਆ ਕੇ ਸਾਡੇ ਪਿੰਡ ਵਿੱਚ ਰਵੇ ਨਾ, ਹੋ ਸਕਦਾ ਸੀ ਉਹ ਤੇ ਰੋਕ ਲਾ ਦਈਏ ਵੀ ਨਹੀਂ ਭਾਈ ਇਹਦੇ ਵਿੱਚ ਤੁਹਾਨੂੰ ਕੋਈ ਹੱਕ ਨਹੀਂ ਹੈ, ਸਾਡੀ ਜ਼ਮੀਨ ਵਿੱਚ ਆ ਕੇ ਰਹੋ ਤੁਸੀਂ।
ਪਰ ਦੂਸਰੀ ਗੱਲ, ਜਿਹਦਾ ਜਨਮ ਹੋਇਆ ਉਹਨੂੰ ਰੋਕਿਆ ਨਹੀਂ ਜਾ ਸਕਦਾ। ਹੁਣ ਭਗਤ ਜੀ ਦਾ ਇਸ ਧਰਤੀ ਤੇ ਜਨਮ ਹੋਇਆਗਾ, ਕੁਦਰਤੀ ਗੱਲ ਆ ਵੀ ਜਿਸ ਧਰਤੀ ਤੇ ਜਨਮ ਹੋਇਆ, ਭਾਵੇਂ ਉਹ ਚੰਮ ਦਾ ਕੰਮ ਕਰਨ ਵਾਲੇ ਵਿਅਕਤੀ ਨੇ, ਦਾਨੇ ਪੁਰਖ ਨੇ, ਰੱਬੀ ਪਿਆਰੇ ਨੇ, ਚੰਮ ਦਾ ਕੰਮ ਕਰਦੇ ਨੇ, ਪਰ ਚੇਤਾ ਰੱਖਿਓ ਉਹਨਾਂ ਨੂੰ ਇੱਕ ਰੱਬੀ ਪਰਮਾਤਮਾ ਵੱਲੋਂ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਆ, ਜਿਹੜਾ ਗਿਆਨ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਇੱਕ ਦੋ ਦਿਨ ਪਹਿਲਾਂ ਨਾ ਕਿਸੇ ਬੱਚੇ ਨਾਲ, ਸੋ ਗੁਰੂ ਕਿਰਪਾ ਕਰੇ, ਉਹਨੇ ਕਾਫੀ ਵੱਡੀ ਨੌਕਰੀ ਕਹਿ ਲੋ, ਡਿਊਟੀ ਤੇ ਕਹਿ ਲੋ ਜਾਣਾ, ਇੱਕ ਦੋ ਦਿਨਾਂ ਤੱਕ ਇੰਟਰਵਿਊ ਆ, ਚਲੋ ਉਹਦੇ ਨਾਲ ਮੁਲਾਕਾਤ ਉਹਨੇ ਬੁਲਾ ਲਿਆ, ਪਰ ਉਹਨੇ ਇੱਕ ਸਵਾਲ ਕੀਤਾ, ਕਹਿੰਦੀ ਜਿਹੜੀ ਬਾਣੀ ਆਪਾਂ ਪੜ੍ਹਦੇ ਆ ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ, ਇਹ ਬਾਣੀ ਤਾਂ ਕਹਿੰਦੀ ਮੈਂ ਇੱਕ ਦਿਨ ਲਿਖਤ ਪੜ੍ਹੀ, ਉਹ ਬੱਚੇ ਦੇ ਦੱਸਣ ਮੁਤਾਬਕ, ਅੱਛਾ ਉਹ ਲਿਖਤ ਇਹ ਸੀ ਵੀ ਜਿਹੜੇ ਸਾਡੇ ਵੇਦ ਗ੍ਰੰਥ ਨੇ ਨਾ, ਪੁਰਾਤਨ ਗ੍ਰੰਥ ਨੇਗੇ, ਉਹਨਾਂ ਦੇ ਵਿੱਚ ਹਵਾਲਾ ਸੀ ਗੁਰਬਾਣੀ ਦਾ। ਕਹਿੰਦੀ ਇੱਥੋਂ ਮੈਨੂੰ ਇਉਂ ਜਾਪਦਾ ਵੀ ਇਹ ਗੁਰੂ ਨਾਨਕ ਸਾਹਿਬ ਵਾਲੀ ਬਾਣੀ ਉਹਨਾਂ ਗ੍ਰੰਥਾਂ ਦੇ ਵਿੱਚੋਂ ਨਿਕਲ ਕੇ ਆਈ ਵੀ ਆ। ਮੈਂ ਕਿਹਾ ਨਹੀਂ, ਇਹ ਭੁਲੇਖਾ, ਆਪਾਂ ਪੜ੍ਹ ਲਈ, ਆਪਾਂ ਸਮਝੇ ਨਹੀਂ, ਆਪਾਂ ਪੜ੍ਹ ਲਈ, ਆਪਾਂ ਸਮਝੇ ਨਹੀਂ। ਹਾਂ ਕਿਵੇਂ ਪੜ੍ਹਨਾ ਕੀ ਆ, ਵੇਖ ਲੈਣਾ ਅੱਖਾਂ ਨਾਲ, ਸਮਝਣਾ ਕੀ ਸੀ, ਧਿਆਨ ਲਾਉਣਾ ਵੀ ਇਹ ਹਵਾਲਾ ਇੱਥੇ ਕਿਉਂ ਤੇ ਕਦੋਂ ਆਇਆ। ਹੁਣ ਉਹ ਬੁੱਕ ਦੀ ਡੇਟ ਤਰੀਕ ਆਪਾਂ ਨੂੰ ਪੜ੍ਹਨੀ ਪਊ, ਕਦੋਂ, ਕਿਹਨੇ ਛਾਪੀ ਆ, ਕਿਹਨੇ ਲਿਖੀ ਆ, ਜਿਹਨੇ ਲਿਖੀ ਆ, ਜਿਹਨੇ ਛਾਪੀ ਆ, ਤੇ ਚੇਤਾ ਰੱਖਿਓ ਉਹ ਬੰਦੇ ਨੇ ਗੁਰਬਾਣੀ ਦੀ ਵਰਤੋਂ ਕੀਤੀ ਆ, ਨਾ ਕਿ ਉਹਨਾਂ ਦੇ ਵਿੱਚੋਂ ਗੁਰਬਾਣੀ ਦੀ ਵਰਤੋਂ ਹੋਈ ਆ, ਉਹਨਾਂ ਨੇ ਗੁਰਬਾਣੀ ਦੀ ਵਰਤੋਂ ਕੀਤੀ ਆ। ਜਿਵੇਂ ਹੁਣ ਸਾਰਿਆਂ ਦਾ ਕੋਈ ਨਾਂ ਲੈਣ ਦੇ ਵਿੱਚ ਹਰਜ ਨਹੀਂ ਹੈ, ਆਪਾਂ ਸਾਰੇ ਜਾਣਦੇ ਆ ਵੀ ਕਿੰਨੇ ਸਾਡੇ ਸੰਸਾਰ ਦੇ ਵਿੱਚ ਵੱਡੇ ਪੱਧਰ ਤੇ ਡੇਰੇ ਖੁੱਲੇ ਹੋਏ ਆ, ਤੇ ਸਾਰੇ ਗੁਰਬਾਣੀ ਵਰਤਦੇ ਨੇ, ਤੇ ਤਾਈਓ ਅਸੀਂ ਉਲਝ ਜਾਂਦੇ ਆ ਵੀ ਨਹੀਂ ਜੀ, ਉਹ ਤਾਂ ਗੁਰਬਾਣੀ ਚ ਹੀ ਨਾਮ ਦਿੰਦੇ ਨੇ, ਗੁਰਬਾਣੀ ਦੇ ਅੱਖਰ ਸਾਨੂੰ ਦੱਸਦੇ ਨੇ, ਗੁਰਬਾਣੀ ਦੀ ਗੱਲ ਕਰਦੇ ਨੇ। ਨਹੀਂ ਭਾਈ, ਉਹਨਾਂ ਨੇ ਤਾਂ ਗੁਰਬਾਣੀ ਨੂੰ ਇੱਕ ਆਟੇ ਦੀ ਤਰ੍ਹਾਂ ਵਰਤਿਆਗਾ। ਬੜਾ ਲੰਬਾ ਟਾਈਮ ਪਹਿਲਾਂ ਬਹੁਤ ਵੱਡਾ ਫੰਕਸ਼ਨ ਹੋਣਾ ਸੀ ਬਠਿੰਡੇ ਦੀ ਧਰਤੀ ਤੇ, ਇੱਕ ਰੱਬੀ ਪਿਆਰਾ ਆਪਣੇ ਇਲਾਕੇ ਦਾ, ਜਦੋਂ ਉਹਦੇ ਨਾਲ ਮੁਲਾਕਾਤ ਹੋਈ ਨਾ ਜ਼ਿਲ੍ਹੇ ਅਫਸਰ ਦੀ, ਵੀ ਤੁਸੀਂ ਕਿਉਂ ਇਤਰਾਜ਼ ਕਰਦੇ ਹੋਗੇ, ਹੋ ਲੈਣ ਦਿਓ ਇਹਨਾਂ ਦਾ ਸਮਾਗਮ, ਤੇ ਜ਼ਿਲ੍ਹੇ ਅਫਸਰ ਨੂੰ ਆਪਣੇ ਰੱਬੀ ਪਿਆਰੇ ਨੇ ਜਵਾਬ ਦਿੱਤਾ ਸੀ, ਕਹਿੰਦਾ ਸੀ ਇਹਨਾਂ ਦਾ ਸਮਾਗਮ ਬਿਲਕੁਲ ਨਹੀਂ ਰੋਕਦੇ। ਫਿਰ ਤੁਹਾਨੂੰ ਇਤਰਾਜ਼ ਕੀ ਆ? ਇਤਰਾਜ਼ ਇਹ ਆ, ਇਹ ਸਾਡੀ ਬਾਣੀ ਨੂੰ ਵੇਚਦੇ ਆ। ਪੜ੍ਹਨਾ ਸਮਝਣਾ ਹਰ ਇੱਕ ਲਈ ਹੈ, ਪਰ ਵੇਚਣਾ ਅਲੱਗ ਚੀਜ਼ ਆ। ਗੁਰਬਾਣੀ ਸਾਡੀ ਸਾਨੂੰ ਮੋੜ ਦੇਣ, ਗੁਰਬਾਣੀ ਦੀ ਵਿਚਾਰ ਜਾਂ ਗੱਲ ਲੋਕਾਂ ਨੂੰ ਭਰਮਾਉਣ ਲਈ ਨਾ ਕਰਨ, ਉਹ ਮੋੜ ਦੇਣ, ਆਪਣੀਆਂ ਗੱਲਾਂ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਜ਼ਿਲ੍ਹਾ ਅਫਸਰ ਵੀ ਕੀ ਕਹਿੰਦਾ ਨਾ, ਕਹਿੰਦਾ ਇਹ ਤਾਂ ਇਹਨਾਂ ਦੀ ਵੀ ਗਲਤੀ ਹੈ। ਹੋਰ ਦੇਖੋ, ਗੁਰਬਾਣੀ ਹਰ ਇੱਕ ਲਈ ਪੜ੍ਹਨੀ ਜ਼ਰੂਰੀ ਹੈ, ਪਰ ਉਹ ਲੋਕ ਸਨ ਜਿਹੜੇ ਵਰਤਦੇ ਸਨ, ਜਿਹੜੇ ਗੁਰਬਾਣੀ ਨੂੰ ਠੱਗੀ ਦੇ ਰੂਪ ਚ ਵਰਤਦੇ ਨੇ, ਉਹਨਾਂ ਤੇ ਸਾਡਾ ਵੀ ਇਤਰਾਜ਼ ਹੁੰਦਾ ਹੈਗਾ ਵੀ ਬਚੋ ਭਾਈ ਉਹਨਾਂ ਤੋਂ। ਜਿਹੜੀ ਗੁਰਬਾਣੀ ਦੀ ਵਿਚਾਰ ਸਾਨੂੰ ਸਹੀ ਢੰਗ ਨਾਲ ਦਿੱਤੀ ਜਾਵੇ, ਉਹ ਭਾਵੇਂ ਸ਼ੂਦਰ ਦੇ ਘਰੋਂ ਮਿਲੇ, ਭਾਵੇਂ ਪੰਡਤ ਦੇ ਘਰੋਂ ਮਿਲੇ, ਸਾਨੂੰ ਕੋਈ ਇਤਰਾਜ਼ ਨਹੀਂ ਸੀ। ਜੀ ਸਦਕੇ ਉਹ ਗੁਰਬਾਣੀ ਦੀ ਵਿਚਾਰ ਆਪਣੀ ਝੋਲੀ ਚ ਪਾਵਾਂਗੇ। ਇਤਰਾਜ਼ ਇੱਥੇ ਆ ਵੀ ਠੱਗੀ ਰੂਪ ਚ ਨਾ ਵਰਤੀ ਜਾਵੇ। ਆਪਣੀ ਵਿਚਾਰ ਸੀ ਵੀ ਭਗਤ ਰਵਿਦਾਸ ਜੀ ਉਹ ਇੱਕ ਮਹਾਨ ਸੂਰਮੇ ਯੋਧੇ ਨੇ, ਜਿਨ੍ਹਾਂ ਦਾ ਜਨਮ ਬਨਾਰਸ ਦੀ ਧਰਤੀ ਤੋਂ ਹੋਇਆ। ਉਹ ਬਨਾਰਸ ਦੀ ਧਰਤੀ ਨੂੰ ਇੱਕ ਪੁਰਾਤਨ ਵਕਤਾਂ ਦਾ, ਲੰਬੇ ਟਾਈਮ ਤੋਂ ਵਿਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ, ਪਰ ਉੱਥੇ ਕਿਸੇ ਨੂੰ ਬਾਹਰੋਂ ਰਹਿਣ ਦੇ ਲਈ ਕੋਈ ਅਧਿਕਾਰ ਨਹੀਂ ਸੀ। ਗਿਆਨ ਜੇ ਕੋਈ ਉਹਨਾਂ ਦਾ ਅੱਗੇ ਬੋਲੂਗਾ, ਉਹ ਜੀਭ ਕੱਟ ਦਿੰਦੇ ਨੇ। ਸੁਣਦਾਗਾ, ਕੰਨਾਂ ਵਿੱਚ ਛਿੱਕਾ ਢਾਲ ਕੇ ਪਾਉਂਦੇ ਨੇ, ਮਨਾਹੀ ਆ ਨਾ, ਇਹ ਕੰਮ ਤੁਸੀਂ ਨਹੀਂ ਕਰਨਾ। ਤੇ ਕਦੇ ਕਦੇ ਨਾ ਤੁਸੀਂ ਵਿਚਾਰ ਕੇ ਦੇਖੋ, ਆਪਾਂ ਸਾਰੇ ਭੈਣ ਭਰਾ ਆਪਾਂ ਵੀ ਇਹ ਵਿਚਾਰ ਕੇ ਦੇਖੋ, ਧੰਨ ਗੁਰੂ ਨਾਨਕ ਸਾਹਿਬ ਕਿੰਨੇ ਚੰਗੇ ਨੇ ਹਨਾ, ਜਿਨ੍ਹਾਂ ਨੇ ਸਾਨੂੰ ਗੁਰਬਾਣੀ ਦਾ ਗਿਆਨ ਕੇਵਲ ਕੰਨਾਂ ਰਾਹੀਂ ਸੁਣਾ ਕੇ ਨਿਹਾਲ ਨਹੀਂ ਕੀਤਾ, ਉਲਟਾ ਇਹ ਵੀ ਕਿਹਾ, ਆਪ ਪੜ੍ਹ, ਆਪ ਸੁਣ, ਆਪ ਬੁੱਝ। ਇਹ ਕਿਹਾ, ਖੁਦ ਜਿੱਥੇ ਤੂੰ ਵਿਦਿਆਰਥੀ ਬਣ ਕੇ ਆਉਣਾ ਨਾ, ਕਿੰਨਾ ਕੁ ਟਾਈਮ ਵਿਦਿਆਰਥੀ ਬਣ ਕੇ ਰਹੇਗਾ। ਇਹ ਭਾਵਨਾ ਬਣਾ, ਅੱਜ ਮੈਂ ਵਿਦਿਆਰਥੀ ਤੇ ਕੱਲ ਨੂੰ ਮੈਂ ਗੁਰੂ ਦੀ ਗੋਦ 'ਚ ਬੈਠ ਕੇ ਟੀਚਰ ਬਣਾ। ਭਾਵਨਾ ਆ ਬਣਾ ਕੇ ਰੱਖ। ਕਈ ਵਾਰ ਇਦਾਂ ਦੇ ਚਾਂਸ ਹੁੰਦੇ ਨਾ, ਸਕੂਲ ਦੇ ਵਿੱਚ ਪੜ੍ਹਾਉਣ ਵਾਲਾ ਵਿਦਿਆਰਥੀ ਉਸੇ ਸਕੂਲ 'ਚ ਟੀਚਰ ਲੱਗ ਜਾਂਦਾ ਹੈਗਾ। ਭਾਵਨਾ ਆ ਬਣਾ।
पर असीं माफ़ करना, मैं जिहड़ी सच्ची गल कहांगा, चाहो ग्रंथी दे रूप च, चाहो रागी, चाहो ढाडी, चाहो प्रचारक, चाहो प्रबंधक, किसी रूप च माफ़ करना। असीं अजे तक विद्यार्थी हाँ। मैनूं इउं जापदा भी विद्यार्थी भी सही ढंग नाल नहीं बन सकेगी। विद्यार्थी बन जाना कोई गुनाह नहीं, पर विद्यार्थी सही ढंग नाल बन जाइए। हुण गुरु नानक साहब ਉਹ ਸਾਡੇ गुरु ने जिन्हां ने पूरी दुनिया दे विच सुनेहा दिता, खुद विद्वान बनो, किसी विद्वान दे पैरी नहीं बैठना, खुद विद्वान बनिए। ते भगत रविदास जी इस धरती ते सच दा होका दिंदे ने। रब्बी प्यार विच इलम, जिन्हों इलम दा मतलब हुंदा ज्ञान, रब्बी प्यार दे विच इलम पढ़दे ने, रब्बी प्यार विच ज्ञान पढ़दे ने। ते उन्हां ते इतराज लाया जांदा है, इतराज ला जाता किन्हां वल्लों? मौके दे पुजारी लोकां वल्लों इतराज आ जी, सानूं इह ज्ञान दी गल करदे ने। इतराज आ ना, ये की चाहुंदे ने? ये चाहुंदे ने साडे कोले आके लेलड़ियां कढ, कोई गल नहीं, तेरा जन्म इत्थे हो गया ना, पर तैनूं आउणा साडे कोले पऊ, साडे पैरां 'च बैठना पऊगा, ते असीं तैनूं दस्सांगे भी तूं करना की आ। इत्थे बहुत वड्डा इतराज आ भी आपां किसी दी भी नहीं मनदे कि तूं सानूं की समझाएगा भी करना की आ। मैनूं मेरे मालक ने जिंदगी दित्ती आ, मैं आजाद आ, मैं रब्बी ज्ञान दे राहीं अपनी जिंदगी जिउणी आ, फिर तुहानूं की इतराज आ? नहीं नहीं, कहंदे तैनूं साडे कोले आउणा पऊ, साडे पैरां 'च बैठना पऊगा। ਉਹ ਕਹਿੰਦਾ ਫਿਰ ਇਹ ਵੀ ਸ਼ਰਤ ਮੇਰੀ ਹੈ ਵੀ ਮੈਂ ਪੈਰਾਂ ਵਿੱਚ ਨਹੀਂ ਬਹਿੰਦਾ। ਇਲਮ ਹੋ ਗਿਆ ਨਾ, ਗਿਆਨ ਹੋ ਗਿਆ। ਜਿਹਨੂੰ ਗਿਆਨ ਹੋ ਜੇ ਸੱਚਾਈ ਆ ਵੀ ਉਹ ਕਿਸੇ ਦੇ ਪੈਰਾਂ ਵਿੱਚ ਜਾ ਕੇ ਕਦੇ ਵੀ ਨਹੀਂ ਬਹਿੰਦਾ, ਤੇ ਜਿਹਨੂੰ ਗਿਆਨ ਨਹੀਂ ਹੋਇਆ ਉਹ ਪੈਰਾਂ ਵਿੱਚ ਜ਼ਰੂਰ ਜਾ ਕੇ ਬੈਠੂਗਾ। ਇਤਰਾਜ਼ ਇੱਕ ਨਹੀਂ ਅਨੇਕਾਂ ਲੱਗਦੇ ਨੇ। ਇੱਕ ਦਿਨ ਦੀ ਘਟਨਾ ਆਪਾਂ ਵਿਚਾਰ ਕਰ ਰਹੇ ਹਾਂ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ, ਮਾਥੈ ਛਤਰ ਤਰੈ। ਉਹ ਛਤਰ ਗਿਆਨ ਦਾ ਸਾਡੇ ਮੱਥੇ ਤੇ ਵਾਹਿਗੁਰੂ ਨੇ ਧਰਨਾ। ਦੁਨਿਆਵੀ ਛਤਰ ਟੁੱਟ ਸਕਦਾ, ਖੋਹਿਆ ਜਾ ਸਕਦਾ, ਸਾਡੇ ਮਰਨ ਤੋਂ ਬਾਅਦ ਰੁਲ ਜੂਗਾ, ਰੁਲ ਸਕਦਾ ਗਾ, ਪਰ ਗਿਆਨ ਦਾ ਛਤਰ ਉਹ ਭਗਤ ਰਵਿਦਾਸ ਜੀ 151 ਸਾਲ ਪੂਰਾ ਗਿਆਨ ਵੰਡ ਕੇ ਗਏ, ਤੇ ਅੱਜ ਵੀ ਉਹ ਛਤਰ ਝੂਲ ਰਿਹਾ ਗਾ। ਤੁਝ ਬਿਨ ਕੌਣ ਕਰੈ, ਤੇਰੇ ਤੋਂ ਬਿਨਾ ਮੇਰੇ ਮੱਥੇ ਤੇ ਉਹ ਕਿਹੜਾ ਛਤਰ ਚਲਾ ਸਕਦਾ ਗਾ। ਇੱਕ ਚਤੌੜ ਇਲਾਕਾ ਬਨਾਰਸ ਦੇ ਲਾਗੇ, ਉਥੋਂ ਦੀ ਰਾਣੀ ਉਹ ਭਗਤ ਜੀ ਦੀਆਂ ਗੱਲਾਂ ਸੁਣਦੀ ਸੀ, ਛੂਹ ਮਿਲ ਜਾਂਦੀ ਸੀ ਵੀ ਬਨਾਰਸ ਦੇ ਵਿੱਚ ਨਾ ਇੱਕ ਨੌਜਵਾਨ ਵੀਰ ਹੈਗਾ ਜਿਹੜਾ ਬੜੇ ਪਿਆਰ ਦੇ ਵਿੱਚ ਭਿੱਜ ਕੇ ਨਾ ਰੱਬੀ ਇਲਮ ਆਪਣੇ ਦਿਮਾਗ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈਗਾ, ਤੇ ਹੋਰਾਂ ਨੂੰ ਵੀ ਵੰਡਦਾ, ਤੇ ਆਪ ਵੀ ਉਹ ਉਸੇ ਇਲਮ ਦੇ ਮੁਤਾਬਕ ਜ਼ਿੰਦਗੀ ਜਿਉਂਦਾ, ਜਿਹਨੂੰ ਆਜ਼ਾਦ ਜ਼ਿੰਦਗੀ ਕਹਿ ਦਈਏ ਆਪਾਂ। ਉਹ ਕਹਿੰਦੀ ਮੈਂ ਮਿਲਣਾ ਐਸੇ ਦਾਨੇ ਪੁਰਖ ਨੂੰ ਨਾ। ਉਹ ਝਾਲੀ ਰਾਣੀ ਕਹਿੰਦੀ ਮੈਂ ਮਿਲਣਾ। ਚਲੋ ਸਬੱਬ ਬਣਿਆ, ਮਿਲਣ ਆਈ। ਦੇਖੋ ਇੱਕ ਚਤੌੜ ਦੇ ਰਾਜੇ ਦੀ ਰਾਣੀ ਆ। ਅੱਜ ਦੇ ਇਉਂ ਕਹਿ ਲੋ ਕਿਸੇ ਮੁੱਖ ਮੰਤਰੀ, ਕੈਬਨਿਟ ਮੰਤਰੀ, ਕਿਸੇ ਪ੍ਰਧਾਨ ਮੰਤਰੀ ਦੀ ਘਰ ਵਾਲੀ ਜਦੋਂ ਮਿਲਣ ਆਈ ਤੇ ਸਚਾਈ ਆ, ਤੇ ਉਹ ਭਗਤ ਰਵਿਦਾਸ ਜੀ ਦੇ ਬਚਨਾਂ ਦੀ ਆਸ਼ਿਕ ਬਣ ਗਈ। ਇੱਥੇ ਭੁਲੇਖਾ ਨਾ ਖਾ ਜੋ, ਭਗਤ ਰਵਿਦਾਸ ਜੀ ਦੇ ਤਨ ਦੀ ਆਸ਼ਿਕ ਨਹੀਂ, ਭਗਤ ਰਵਿਦਾਸ ਜੀ ਦੇ ਬਚਨਾਂ ਦੀ ਆਸ਼ਿਕ ਹੋ ਗਈ। ਆਸ਼ਿਕੀ ਮੀਨਜ਼ ਮੁਹੱਬਤ ਪੈ ਗਈ, ਪਿਆਰ ਪੈ ਗਿਆ, ਬਚਨ ਚੰਗੇ ਲੱਗੇ। ਉਹ ਕਹਿੰਦੀ ਮੈਂ ਤਾਂ ਦੂਜੇ ਤੀਜੇ ਦਿਨ ਬਾਅਦ ਜ਼ਰੂਰ ਗੇੜਾ ਮਾਰਿਆ ਕਰੂੰ, ਮੈਂ ਤਾਂ ਗਿਆਨ ਲੈ ਕੇ ਜਾਇਆ ਕਰੂੰਗੀ। ਦੇਖੋ ਪੰਡਤ ਲੋਕ, ਪੁਜਾਰੀ ਲੋਕ ਤਾਂ ਪਹਿਲਾਂ ਹੀ ਇਤਰਾਜ਼ ਕਰਦੇ ਸੀ, ਤੇ ਪੁਜਾਰੀਆਂ ਨੇ ਡੰਡਾ ਫੇਰ ਚੱਕ ਲਿਆ। ਕਹਿੰਦੇ ਸਾਨੂੰ ਹੁਣ ਤਾਂ ਜਮੀ ਇਤਰਾਜ਼ ਆ। ਕਿਉਂ? ਜਿਹਦੇ ਭਾਵ ਚਮੜੇ ਦੇ ਕੰਮ ਕਰਨ ਵਾਲੇ ਦੇ ਘਰੇ, ਸ਼ੂਦਰ ਦੇ ਘਰੇ, ਇੱਕ ਚਮਾਰ ਦੇ ਘਰੇ ਮੌਕੇ ਦੀ ਰਾਣੀ ਆ ਕੇ ਗਿਆਨ ਲੈ ਕੇ ਜਾਵੇ, ਸਾਡੇ ਲਈ ਬਹੁਤ ਹਾਨੀਕਾਰਕ ਗੱਲ ਹੈਗੀ। ਜਦੋਂ ਇਦਾਂ ਦਾ ਇਤਰਾਜ਼ ਲਾਇਆ ਨਾ, ਉਹਨਾਂ ਨੇ ਜਾ ਕੇ ਰਾਜੇ ਨੂੰ ਦੱਸਤਾ, ਰਾਜਾ ਸਾਹਿਬ ਤੈਨੂੰ ਪਤਾ ਰਾਣੀ ਕਿੱਥੇ ਜਾਂਦੀ ਆ? ਉਹ ਕਹਿੰਦਾ ਪਤਾ, ਮੈਂ ਰਾਜਾ, ਰਾਣੀ ਆ, ਇਹ ਵੀ ਜਾਂਦੀ ਹੈ, ਗੇੜਾ ਕੱਢਦੀ ਹੈ ਦੁਨੀਆ ਦੇ ਵਿੱਚ, ਹੱਕ ਬਣਦਾ, ਪਰ ਤੈਨੂੰ ਕੋਈ ਖਾਸ ਗੱਲ ਦਾ ਪਤਾ ਲੱਗਿਆ? ਰਾਜਾ ਕਹਿੰਦਾ ਵੀ ਉਹ ਤੁਸੀਂ ਦੱਸ ਦਿਓ, ਮੇਰੇ ਧਿਆਨ 'ਚ ਹੋ ਸਕਦਾ ਨਾ ਖਾਸ ਗੱਲ ਹੋਵੇ। ਇਹ ਤਾਂ ਚਮਿਆਰਾਂ ਦੇ ਘਰੇ ਜਾਂਦੀ। ਉੱਥੇ ਲਫ਼ਜ਼ਾ ਵਰਤਿਆ, ਉਹ ਆਪਾਂ ਗੱਲ ਪਹਿਲਾਂ ਕਰ ਲਈ। ਭਗਤ ਰਵਿਦਾਸ ਨਹੀਂ ਚਮਿਆਰ, ਅਸੀਂ ਚਮਿਆਰ ਆ। ਅਸੀਂ ਹਰ ਇੱਕ ਦੀ ਸਕਿਨ ਕੰਨੀ ਤੱਕਦੇ ਆ ਨਾ, ਤੇ ਚੰਮ ਨੂੰ ਪਿਆਰ ਕਰਨ ਵਾਲਾ ਚਮਿਆਰ ਆ, ਤੇ ਉਹਦਾ ਚੰਮ ਦਾ ਕਿੱਤਾ ਸੀ। ਹਾਲਾਂਕਿ ਉਹ ਚੰਮ ਦਾ ਕਿੱਤਾ ਕਰਦੇ ਸੀ, ਚੰਮ ਨੂੰ ਪਿਆਰ ਨਹੀਂ ਸੀ ਕਰਦੇ। ਚੰਮ ਦਾ ਕਿੱਤਾ ਸੀ, ਚੰਮ ਨੂੰ ਪਿਆਰ ਨਹੀਂ ਸੀ। ਸਾਨੂੰ ਅਸੀਂ ਚੰਮ ਦਾ ਕਿੱਤਾ ਨਹੀਂ ਕਰਦੇ, ਪਰ ਚੰਮ ਨੂੰ ਪਿਆਰ ਜ਼ਰੂਰ ਕਰਦੇ ਆ। ਅੱਖਾਂ ਟੱਡ ਕੇ ਰਹਿ ਜਾਂਦੀਆਂ ਸਾਡੀਆਂ, ਮਾਫ ਕਰਨਾ, ਅੱਜ ਦੇ ਹਾਲਾਤ ਸਾਡੇ ਆ।
ਹੁਣ ਜਦੋਂ ਇਹ ਗੱਲ ਕਹੀ, ਜਦੋਂ ਮੰਨ ਕੇ ਚੱਲੋ ਵੀ ਗੱਲ ਹੀ ਚੁੱਭਵੀਂ ਕਹਿਤੀ ਨਾ, ਰਾਜੇ ਅੰਦਰ ਸ਼ੰਕਾ ਪੈਦਾ ਹੋ ਗਈ। ਰਾਜਾ ਕਹਿੰਦਾ ਵੀ ਠੀਕ ਹੈ, ਚਲੋ ਮੈਂ ਗੌਰ ਕਰੂੰ ਇਸ ਗੱਲ ਦੀ। ਦੂਏ ਤੀਏ ਦਿਨ ਬਾਅਦ ਰਾਣੀ ਗਈ, ਭਗਤ ਰਵਿਦਾਸ ਜੀ ਦੇ ਬਚਨ ਸੁਣੇ। ਕਿਹੜੇ ਬਚਨ? ਦੇਖੋ ਬਚਨ ਹੀ ਕਮਾਲ ਦੇ ਆ ਨਾ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਹੁਣ ਜਦੋਂ ਭਗਤ ਰਵਿਦਾਸ ਜੀ ਇਦਾਂ ਦੀ ਵਿਚਾਰ ਕਰਦੇ ਆ, ਹਨ ਤਾਂ ਭਗਤ ਰਵਿਦਾਸ ਜੀ ਕੋਲੇ ਕੋਈ ਬਾਹਲੀ ਗਿਣਤੀ ਨਹੀਂ ਹੈ, ਸੋਨੇ ਦੇ ਵਪਾਰੀ ਬਹੁਤ ਘੱਟ ਨੇ, ਪਰ ਹਰ ਇੱਕ ਦਾ ਦਿਲ ਟੁੰਬਿਆ ਜਾਂਦਾ ਜਦੋਂ ਬਚਨ ਪੜ੍ਹਦੇ ਆ ਨਾ। ਇਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆਂ ਮੇਰਾ। ਬਚਨ ਪੜ੍ਹਦੇ ਆ ਨਾ, ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ। ਇਹ ਭਗਤ ਰਵਿਦਾਸ ਜੀ ਦੇ ਸ਼ਬਦ ਨੇ, 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਬਚਨ ਪੜ੍ਹਦੇ ਆ ਨਾ, ਸੱਚਮੁੱਚ ਚੰਗੇ ਬਚਨ ਸੁਣ ਕੇ ਸਿਆਣੇ ਬੰਦਿਆਂ ਦਾ ਦਿਲ ਕੀਲਿਆ ਜਾਂਦਾ ਗਾ, ਜਿਵੇਂ ਬੀਨ ਦੀ ਧੁਨ ਤੇ ਨਾ ਸੱਪ ਕੀਲਿਆ ਜਾਂਦਾ ਗਾ। ਰਾਣੀ ਕਹਿੰਦੀ ਵੀ ਮੈਂ ਤੁਹਾਡੇ ਬਚਨਾਂ ਦੀ ਮਤਲਬ ਕਿ ਇੱਕ ਪਿਆਰ ਕਰਨ ਵਾਲੀ ਆ, ਜੋ ਵੀ ਤੁਹਾਨੂੰ ਕਿਤੇ ਵੀ ਤਕਲੀਫ ਆਵੇ ਤਾਂ ਤੁਸੀਂ ਸਾਨੂੰ ਜ਼ਰੂਰ ਦੱਸਿਓ। ਪਰ ਕਾਰਨ ਕੀ ਬਣ ਗਿਆ? ਹੁਣ ਰਾਜੇ ਨੇ ਵੇਖਿਆ, ਪਿੱਛੇ ਗੌਰ ਕੀਤੀ, ਰਾਜੇ ਨੂੰ ਸੱਚਮੁੱਚ ਇਹ ਗੱਲ ਚੁਭੀ। ਇੱਕ ਤਾਂ ਕਹੀ ਗੱਲ ਕਿਹਨੇ ਆ? ਪੁਜਾਰੀ ਬ੍ਰਾਹਮਣ ਲਾਣੇ ਨੇ, ਪੰਡਤਾਂ ਨੇ। ਦੇਖੋ ਮਾਫ ਕਰਨਾ, ਇੱਥੇ ਬੁਰਾ ਨਾ ਮਨਾਇਓ। ਪੰਡਤ ਜਦੋਂ ਆਪਾਂ ਨਾਮ ਲਾਵਾਂਗੇ ਨਾ, ਹੋ ਸਕਦਾ ਸਾਡੇ ਅੰਦਰ ਜਾਂ ਦੂਰ ਨੇੜੇ ਕਿਸੇ ਬੈਠੇ ਵੀਰ ਅੰਦਰ ਇਤਰਾਜ਼ ਖੜਾ ਹੋ ਜੇ ਨਾ। ਪੰਡਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਭਗਤ ਨੇਗੇ, ਪਰ ਇਹ ਨਾ ਸੋਚੋ ਵੀ ਜੇ ਉਹਨਾਂ ਦੀ ਬਾਣੀ ਹੈ ਤੇ ਉਹ ਵੱਡੇ ਹੋ ਗਏ, ਇਹ ਵੀ ਨਹੀਂ ਸੋਚਣਾਗਾ। ਨਾਲ ਬਰੋਬਰ ਉਸੇ ਮੰਜੀ ਤੇ ਭਗਤ ਜੀ ਬੈਠੇ ਨੇ, ਤੇ ਜਿਹੜੇ ਚਿਮਿਆਰਾਂ ਦਾ ਮਤਲਬ ਕਿ ਉਹ ਪਰਸਾਵਾਂ ਨਹੀਂ ਸੀ ਲੈਣਾ ਚਾਹੁੰਦੇ ਨਾ, ਉਹ ਨਾਲ ਢੂਹੀ ਜੋੜੀ ਬੈਠੇ ਨੇ, ਏਦਾਂ ਆਪਸ ਵਿੱਚ ਜੁੜੇ ਬੈਠੇ ਨੇਗੇ। ਉਧਰ ਪਰਛਾਵੇਂ ਦੀ ਗੱਲ ਆ, ਇੱਧਰ ਜੱਫੀਆਂ ਪਾਈ ਬੈਠੇ ਨੇ। ਉੱਥੇ ਅੱਡੋ ਅੱਡ ਨਹੀਂ, ਉਹ ਤਾਂ ਇੱਕ ਸਾਡੇ ਸਮਝਣ ਲਈ ਆ। ਉੱਥੇ ਇੱਕ ਆ, ਉੱਥੇ ਇੱਕ ਮੰਜੀ ਤੇ ਬੈਠੇ ਨੇ ਤੇ ਇੱਕ ਆ ਸਾਰੇ। ਹੁਣ ਜਦੋਂ ਰਾਜੇ ਨੇ ਸਾਰਾ ਸੀਨ ਵੇਖਿਆ, ਰਾਜਾ ਕਹਿੰਦਾ ਵੀ ਕਿੱਥੇ ਗਈ ਸੀ? ਉਹ ਕਹਿੰਦੀ ਮੈਂ ਭਗਤ ਰਵਿਦਾਸ ਜੀ ਕੋਲੇ ਜਾਨੀ ਆ। ਕਿਉਂ? ਦੱਸ ਦਿੱਤਾ ਵੀ ਆਹ ਕਹਾਣੀ ਆ। ਨਹੀਂ, ਤੇਰੇ ਵਾਸਤੇ ਗਲਤ ਗੱਲ ਆ, ਤੂੰ ਨਾ ਜਾਇਆ ਕਰ ਉੱਥੇ, ਆਪਾਂ ਰਾਜੇ ਲੋਕ ਆ, ਤੇਰੇ ਵਾਸਤੇ ਬਿਲਕੁਲ ਸ਼ੂਦਰਾਂ ਦੇ ਘਰੇ ਜਾਣਾ ਗਲਤ ਆ। ਉਹ ਕਹਿੰਦੀ ਗਲਤ ਕੀ ਆ ਮੈਨੂੰ ਦੱਸ, ਬਰੋਬਰ ਦੀ ਧਿਰ ਆ ਨਾ, ਗਲਤ ਕੀ ਆ ਦੱਸ, ਸਮਝਾ ਮੈਨੂੰ। ਤੇ ਉੱਥੇ ਜਦੋਂ ਗਲਤ ਕੀ ਆ ਨਾ ਕਿਹਾ, ਤੇ ਪੰਡਤ ਬੋਲ ਪਏ, ਕਹਿੰਦੇ ਅਸੀਂ ਦੱਸਦੇ ਆ ਜੀ। ਸ਼ਾਇਦ ਰਾਜੇ ਨੂੰ ਨਾ ਪਤਾ ਲੱਗੇ, ਅਸੀਂ ਦੱਸਦੇ ਆ ਬੇਟਾ, ਆਪਾਂ ਉਹਨਾਂ ਸ਼ੂਦਰਾਂ ਦੇ ਘਰੇ ਨਹੀਂ ਜਾਣਾਗਾ। ਇਹ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਟੱਚ ਹੋਣ ਨਾਲ ਅਸੀਂ ਪਿੱਟੇ ਜਾਵਾਂਗੇ, ਸਾਡੀ ਕੁੱਲ ਖਤਮ ਹੁੰਦੀ ਆ, ਅਸੀਂ ਕਲੰਕਿਤ ਹੁੰਨੇ ਆ, ਅਸੀਂ ਦਾਗੀ ਹੋ ਜਾਂਦੇ ਆ। ਰਾਣੀ ਕਹਿੰਦੀ ਮੈਨੂੰ ਲੱਗਦਾ ਵੀ ਮੇਰੀ ਕੁੱਲ ਕਲੰਕਿਤ ਨਹੀਂ ਹੋਊਗੀ, ਮੇਰੀ ਕੁੱਲ ਆਉਣ ਵਾਲੇ ਵਕਤ ਵਿੱਚ ਨਾ ਇੱਕ ਨਾਮ ਚਮਕਾਊਗੀ। ਸੱਚਾਈ ਆ, ਉਹ ਰਾਣੀ ਨੇ ਜੋ ਬੋਲ ਕਹੇ ਨਾ, ਕਿਉਂਕਿ ਉਹ ਰਾਣੀ ਦਾ ਨਾਮ ਇਤਿਹਾਸ ਨੇ ਸੰਭਾਲ ਲਿਆ। ਜੇ ਰਾਣੀ ਦਾ ਨਾਮ ਇਤਿਹਾਸ ਨੇ ਸਾਂਭਿਆ ਨਾ, ਤਾਂ ਚੇਤਾ ਰੱਖਿਓ ਉਹ ਚਤੌੜ ਦੀ ਰਾਣੀ, ਝਾਲੀ ਰਾਣੀ ਸੱਚਮੁੱਚ ਸਾਡੇ ਇਤਿਹਾਸ ਵਿੱਚ ਬੈਠੀ ਆ। ਤੇ ਜਿਹੜਾ ਇਤਿਹਾਸ ਵਿੱਚ ਜਾਂ ਗੁਰਬਾਣੀ 'ਚ ਬੈਠ ਗਿਆ, ਉਹ ਆਮ ਥੋੜੀ ਹੁੰਦਾ, ਖਾਸ ਹੁੰਦਾ ਗਾ। ਆਪਾਂ ਅਖਬਾਰਾਂ 'ਚ ਨਾਂ ਪਾਉਣ ਪਿੱਛੇ ਲੜ ਪੈਂਦੇ। ਕਈ ਵਾਰ ਮੇਰੇ ਵਰਗੇ ਬਾਬੇ ਦਾ ਨਾਂ ਨਾ ਆਵੇ, ਦੂਜੇ ਦਿਨ ਆਉਂਦਾ ਨਹੀਂ ਗੁਰਦੁਆਰੇ ਤੇ 500 ਦੀ ਪਰਚੀ ਕਟਾਉਣੋਂ ਹਟ ਜਾਂਦਾ। ਕਿਉਂ? ਕਹਿੰਦਾ ਮੇਰਾ ਅਖਬਾਰ 'ਚ ਨਾਂ ਨਹੀਂ ਆਇਆ। ਇਹ ਉਹ ਲੋਕ ਨੇ ਜਿਹੜੇ ਇਤਿਹਾਸ ਵਿੱਚ ਨਾਂ ਰੱਖੀ ਬੈਠੇ ਨੇ ਆਪਣਾ। ਤੇ ਹੁਣ ਤੁਸੀਂ ਸੋਚੋ ਵੀ ਪੰਡਤਾਂ ਦੇ ਕਹਿਣ ਮੁਤਾਬਕ ਮੇਰੀ ਕੁੱਲ ਖਤਮ ਹੁੰਦੀ ਆ, ਰਾਣੀ ਕਹਿੰਦੀ ਮੇਰੀ ਕੁੱਲ ਉਜਾਗਰ ਹੋ। ਹੁਣ ਆਪਾਂ ਗੌਰ ਕਰਨੀ ਆ ਇਹ। ਜਦੋਂ ਭਾਈ ਪੰਡਤ ਵੀ ਆਪਣੀ ਵਿਚਾਰ ਦੇ ਰਹੇ ਨੇ ਤੇ ਰਾਣੀ ਵੀ ਆਪਣੀ ਵਿਚਾਰ, ਕਿਉਂਕਿ ਭਗਤ ਰਵਿਦਾਸ ਜੀ ਦੇ ਬਚਨਾਂ ਦੀ ਪ੍ਰੇਮਣਾ ਨਾ ਹੁਣ हरू ਕੌਣ? ਹਰ ਨਹੀਂ ਨਾ ਸਕਦਾਗਾ। ਉਹ ਜਿਵੇਂ ਕਹਾਵਤ ਵੀ ਹੈ ਨਾ, ਹਾਰੂ ਕਿਵੇਂ ਚੇਲਾ, ਚੰਡਿਆ ਚੰਗੇ ਗੁਰੂ ਦਾ। ਹੁਣ ਜਦੋਂ ਰੱਬੀ ਬਚਨਾਂ ਨੇ ਰਾਣੀ ਨੂੰ ਚੰਡਤਾ, ਤਿਆਰ ਕਰਤਾ, ਹਰ ਕਿਵੇਂ ਸਕਦੇ? ਨਹੀਂ ਹਰੂਗੀ। ਜਦੋਂ ਗੱਲਾਂ ਬਾਤਾਂ ਹੋਈਆਂ, ਆਪਾਂ ਸੰਖੇਪ ਪੱਖ ਲਈਏ ਤਾਂ ਉਦੋਂ ਬਾਅਦ ਕੀ ਬਚਨ ਕੀਤਾ? ਚੰਗਾ ਫਿਰ ਤੁਸੀਂ ਇਉਂ ਕਰੋ, ਜੇ ਤੁਸੀਂ ਕਹਿੰਦੇ ਹੋ ਨਾ ਭਗਤ ਰਵਿਦਾਸ ਜੀ ਦੇ ਵਿੱਚ ਆ ਤਾਕਤ ਆ, ਤੇ ਤੁਸੀਂ ਉਹਨੂੰ ਬੁਲਾਓ, ਆਪਾਂ ਠਾਕੁਰ ਨਾ ਨਦੀ ਵਿੱਚ ਤਾਰਾਂਗੇ, ਅਸੀਂ ਵੀ ਤੇ ਉਹ ਵੀ ਤਾਰਨ। ਤਾਂ ਰਾਣੀ ਕਹਿੰਦੀ ਦੇਖੋ ਉਹ ਗਰੰਟੀ ਲਵੇ ਨਾ ਲਵੇ, ਪਰ ਮੈਂ ਗਰੰਟੀ ਲੈਣੀ ਆ, ਤੁਹਾਡੇ ਠਾਕਰ ਫੇਲ ਹੋ ਸਕਦੇ ਨੇ, ਭਗਤ ਰਵਿਦਾਸ ਜੀ ਦੇ ਠਾਕਰ ਫੇਲ ਨਹੀਂ ਹੋਣਗੇ। ਇੱਥੇ ਮੈਂ ਇੱਕ ਸਾਈਡ ਤੇ ਥੋੜੀ ਜਿਹੀ ਗੱਲ ਕਹਾਂਗਾ। ਮੈਂ ਛੋਟੇ ਹੁੰਦੇ ਨੇ ਦੇਖਿਆ ਪਿੰਡਾਂ 'ਚ ਡਰਾਮੇ ਹੁੰਦੇ ਸੀ ਠਾਕਰ ਤਾਰਨ ਵਾਲੇ, ਇਹਨਾਂ ਦਿਨਾਂ 'ਚ ਆ ਕੇ। ਪਰ ਉਹ ਜਿਹੜੀ ਠਾਕਰ ਤਾਰਨ ਵਾਲੀ ਗੱਲ ਆ ਨਾ, ਉਹ ਇਹਨਾਂ ਦਿਨਾਂ ਦੇ ਵਿੱਚ ਕਵਿਤਾਵਾਂ ਵੀ ਗਾਈਆਂ ਜਾਂਦੀਆਂ ਨੇ ਤੇ ਗੱਪ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਨੇ। ਪੰਡਤਾਂ ਦੇ ਠਾਕਰ ਡੁੱਬ ਗਏ ਤੇ ਭਗਤ ਰਵਿਦਾਸ ਦਾ ਠਾਕਰ ਤਰ ਗਿਆ ਪਾਣੀ ਤੇ। ਇੱਕ ਆਪਣੇ ਨੇੜੇ ਤੇੜੇ ਬਾਬਾ ਗਾ, ਉਹਨੇ ਪਿੱਛੇ ਜਿਹੇ ਇੰਟਰਵਿਊ ਦਿੱਤੀ ਸੀ, ਕਹਿੰਦਾ ਹਾਂ ਪੱਥਰ ਤਰ ਸਕਦਾ ਪਾਣੀ ਤੇ, ਪਰ ਗਰੰਟੀ ਹੈ ਪੱਥਰ ਕਦੇ ਵੀ ਪਾਣੀ ਤੇ ਨਹੀਂ ਤਰਦਾ।
ਪਰ ਉਹ ਪੱਥਰ ਦੀ ਕਿਸਮ ਹੁੰਦੀ ਆ, ਜਿਸ ਪੱਥਰ ਦੇ ਵਿੱਚ ਹਵਾ ਰਹਿ ਜੇ, ਵਿੱਚੋਂ ਖਾਲੀ ਹੋਵੇ, ਉਹ ਪਾਣੀ ਤੇ ਤਰ ਸਕਦਾ ਗਾ। ਜਿਹੜਾ ਪੱਥਰ ਠੋਸ ਆ ਨਾ, ਉਹ ਭਾਵੇਂ ਛੋਟਾ ਤੇ ਭਾਵੇਂ ਵੱਡਾ, ਪਾਣੀ 'ਚ ਅਕਸਰ ਉਹਨੇ ਡੁੱਬੀ ਜਾਣਾ ਗਾ। ਉਹ ਪਿੱਛੇ ਜੇ ਬਾਬਾ ਤੇ ਆਪਣੇ ਪਿੰਡ ਦੇ ਬਾਬੇ ਨੂੰ ਵਾਹਵਾ ਕਾਫੀ ਨਾ ਮੰਨਦੇ ਉਹ ਲੋਕ ਨੇ ਜਿਨ੍ਹਾਂ ਦੀ ਅਕਾਲੀ ਦਲ ਨਾਲ ਸਾਂਝ ਆ, ਚੰਗਾ ਚੰਗਾ ਮੰਨਦੇ ਨੇ, ਮਾਫ ਕਰਨਾ। ਪਰ ਉਹਨੇ ਇੰਟਰਵਿਊ ਦਿੱਤੀ ਸੀ, ਬਾਅਦ 'ਚ ਮੂੰਹ ਦੀ ਖਾਣੀ ਪਈ ਜਦੋਂ ਵਿਦਵਾਨਾਂ ਨੇ ਆ ਕੇ ਛੇੜਿਆ ਵੀ ਤੂੰ ਕੀ ਗੱਪ ਮਾਰੀ ਜਾਂਦਾ ਗਾ। ਮੰਨਣਾ ਪਿਆ, ਕਹਿੰਦਾ ਮੇਰੀ ਗਲਤੀ ਆ। ਚਲੋ ਬਚੋ ਇਹ ਜਾਂ ਤੋਂ, ਕੋਸ਼ਿਸ਼ ਕਰੋ ਰੱਬੀ ਪਿਆਰੇ ਦੇ ਵਚਨ ਸੁਣੋ, ਜਿਵੇਂ ਰਾਣੀ ਨੇ ਭਗਤ ਰਵਿਦਾਸ ਦੇ ਵਚਨ ਸੁਣੇ। ਉਹ ਕਹਿੰਦੀ ਮੈਨੂੰ ਗਰੰਟੀ ਹੈ ਵੀ ਭਗਤ ਰਵਿਦਾਸ ਜੀ ਦੇ ਠਾਕਰ ਆ ਜਿਹੜੇ ਉਹ ਤਰ ਜਾਣਗੇ। ਹੁਣ ਸਾਡੇ ਨਿਗਾਹ ਧਿਆਨ ਵਿੱਚ ਸੀਨ ਕੀ ਬਣੂ ਵੀ ਹਾਂ ਜੀ ਪੱਥਰ ਪਾਣੀ 'ਚ ਧਰਨਗੇ ਤੇ ਉਧਰੋਂ ਆਵਾਜ਼ ਮਾਰਨਗੇ, ਪੱਥਰ ਪੰਡਤਾਂ ਵਾਲੇ ਡੁੱਬ ਜਾਣਗੇ ਤੇ ਭਗਤ ਰਵਿਦਾਸ ਵਾਲੇ ਲੰਘ ਜਾਣਗੇ। ਨਾ, ਹੁਣ ਇੱਥੇ ਮੁਕਾਬਲਾਬਾਜ਼ੀ ਹੋ ਗਈ। ਭਗਤ ਜੀ ਬੁਲਾਏ ਗਏ, ਉਹ ਵੀ ਠਾਕੁਰ ਲੈ ਕੇ ਆ ਗਏ, ਪਰ ਕਿਹੜਾ ਉਹ ਬਾਅਦ 'ਚ ਪੁੱਛਾਂਗੇ ਆਪਾਂ। ਇਧਰੋਂ ਪੰਡਤ ਵੀ ਠਾਕੁਰ ਲੈ ਕੇ ਆ ਗਏ ਨਾ, ਠਾਕੁਰ ਲੈ ਕੇ ਪੰਡਤ ਵੀ ਆ ਗਏ ਤੇ ਭਗਤ ਜੀ ਵੀ ਆ ਗਏ। ਹੁਣ ਉਹ ਜਿਹੜੇ ਠਾਕੁਰ ਨੇ, ਪੱਥਰ ਪੰਡਤਾਂ ਨੇ ਆਪਣੇ ਆ ਕੇ ਪਾਲਕੀ ਵਿੱਚ ਰੱਖ ਦਿੱਤੇ। ਇੱਕ ਪਾਲਕੀ ਬਣਾਈ ਹੋਈ ਹੈ, ਸਤਿਕਾਰ ਕਰਨਾ ਹੀ ਆ। ਰਾਜੇ ਨੇ ਵਧੀਆ ਸਜਾਵਟ ਕੀਤੀ ਹੈਗੀ। ਇੱਕ ਬੰਨੇ ਭਗਤ ਰਵਿਦਾਸ ਜੀ ਨੇ, ਉਹ ਖਾਲੀ ਹੱਥ ਆਏ ਨੇ, ਉਹ ਹੱਸ ਰਹੇ ਨੇ, ਲੈ ਇਹ ਤਾਂ ਠਾਕਰ ਹੀ ਨਹੀਂ ਲੈ ਕੇ ਆਇਆ। ਪਰ ਅਸੀਂ ਕਵਿਤਾ ਜਾਂ ਗੀਤ ਦੇ ਰੂਪ 'ਚ ਭਗਤ ਰਵਿਦਾਸ ਦੇ ਹੱਥ 'ਚ ਪੱਥਰ ਦਿਖਾਵਾਂਗੇ ਵੀ ਉਹ ਆਪਣਾ ਠਾਕਰ ਲੈ ਕੇ ਆਇਆ। ਇਹ ਠਾਕਰ ਕਦੇ ਧੰਨੇ ਨੂੰ ਵੀ ਦਿੱਤਾ ਸੀ ਪੰਡਤਾਂ ਨੇ। ਹੁਣ ਜਦੋਂ ਖਾਲੀ ਹੱਥ ਆ ਗਏ ਨਾ, ਰਾਣੀ ਵੀ ਹੈਰਾਨ ਆ। ਰਾਣੀ ਕਹਿੰਦੀ ਮੈਨੂੰ ਲੱਗਦਾ ਮੈਂ ਵਿਸ਼ਵਾਸ ਥੋੜਾ ਜਿਹਾ ਜ਼ਿਆਦਾ ਕਰ ਗਈ, ਅੱਜ ਹਰ ਜੂ ਇਹ, ਮੈਨੂੰ ਜਾਪਦਾ ਆਇਓ। ਪਰ ਹੋਇਆ ਕੀ ਹੈਗਾ, ਮੁਕਾਬਲਾਬਾਜ਼ੀ ਸ਼ੁਰੂ ਆ। ਭਗਤ ਜੀ ਨੂੰ ਪੰਡਤ ਕਹਿੰਦੇ ਵੀ ਲੈ ਮਾਰ ਆਪਣੇ ਠਾਕਰ ਨੂੰ, ਬੋਲ ਆਵਾਜ਼, ਨਦੀ ਵਾਲਾ ਨਹੀਂ, ਉਹਨੂੰ ਇੱਥੇ ਸੱਦ ਆਪਣੇ ਕੋਲੇ। ਪਾਲਕੀ ਬਣੀ ਵੀ ਆ, ਪਾਲਕੀ 'ਚ ਪੰਡਤਾਂ ਦੇ ਠਾਕਰ ਪਏ ਨੇ। ਇੱਕ ਜਗ੍ਹਾ ਛੱਡ ਦਿੱਤੀ ਗਈ ਆ, ਉਹਦੇ 'ਚ ਤੂੰ ਆਪਣਾ ਠਾਕਰ ਰੱਖਿਆ ਨਹੀਂ ਰੱਖਿਆ ਸਾਨੂੰ ਨਹੀਂ ਪਤਾ, ਆਵਾਜ਼ ਮਾਰ ਤੇ ਆਪਣੇ ਕੋਲੇ ਸੱਦ। ਭਗਤ ਰਵਿਦਾਸ ਜੀ ਮੁਸਕਰਾ ਪਏ, ਹੱਸ ਪਏ, ਕਹਿੰਦੇ ਪੰਡਤੋ ਚਲੋ ਮੇਰਾ ਸੁਭਾਗ ਆ, ਮੈਂ ਤੁਹਾਡੇ ਨਾਲ ਜਿੱਦਣਾ ਤਾਂ ਹੈ ਨਹੀਂ ਗਾ, ਮੁਕਾਬਲੇਬਾਜ਼ੀ ਤਾਂ ਮੈਂ ਕਰਨੀ ਚਾਹੁੰਦਾ ਨਹੀਂ। ਪਰ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਇੱਥੇ ਠਾਕਰਾਂ ਦਾ ਮੁਕਾਬਲਾ ਕਰਾਇਆ ਜਾਵੇ, ਤਰਨ ਠਾਕਰ ਸਾਡੇ ਕੋਲੇ ਆਉਣ, ਨਦੀ 'ਚ ਆਪਾਂ ਲਾ ਕੇ ਦੇਖਣੇ ਨੇਗੇ ਪਾਣੀ ਤੇ ਤੈਰਦੇ ਆ ਕਿ ਨਹੀਂ ਤੈਰਦੇਗੇ। ਉਹ ਨਦੀ ਵਾਲਾ ਵਿਸ਼ਾ ਤਾਂ ਚਲੋ ਕੋਈ ਗੱਲ ਨਹੀਂ, ਬਾਅਦ 'ਚ ਕਰਾਂਗੇ। ਪਹਿਲਾਂ ਜਿੰਨੀ ਕੁ ਦੂਰੀ ਤੇ ਆਪਾਂ ਬੈਠੇ ਆ, ਠਾਕਰ ਉਹ ਸਾਹਮਣੇ ਪਏ ਨੇ, ਉੱਥੋਂ ਠਾਕਰਾਂ ਨੂੰ ਆਪਣੇ ਕੋਲੇ ਬੁਲਾ ਲਓ। ਇਹ ਮੈਂ ਨਹੀਂ ਕੰਮ ਕਰਨਾ, ਤੁਸੀਂ ਕਹਿੰਦੇ ਹੋ, ਤੁਸੀਂ ਪਹਿਲ ਕਰੋ। ਤੁਸੀਂ ਮੁਕਾਬਲੇਬਾਜ਼ੀ ਦਾ ਦਿਨ ਟਾਈਮ ਰੱਖਿਆਗਾ। ਪਹਿਲੀ ਗੱਲ, ਪਹਿਲਾ ਪੱਖ ਤੁਹਾਡਾ, ਤੁਸੀਂ ਆਪਣੇ ਠਾਕਰਾਂ ਨੂੰ ਉੱਥੋਂ ਇੱਥੇ ਬੁਲਾ ਲਓ। ਮੈਂ ਹਾਰ ਮੰਨ ਕੇ ਆਪਣੇ ਤਨ ਤੇ ਜੋ ਸਜ਼ਾ ਦੇਣੀ ਚਾਹੋਗੇ, ਚਤੌੜ ਦਾ ਰਾਜਾ ਜੋ ਸਜ਼ਾ ਦੇਣੀ ਚਾਹੂਗਾ, ਮੈਂ ਉਹ ਸਜ਼ਾ ਹੱਸ ਕੇ ਕਬੂਲ ਕਰੂੰਗਾ। ਜਦੋਂ ਆਹ ਗੱਲ ਕਹੀ ਨਾ, ਤਾਂ ਉਸ ਟਾਈਮ ਤੇ ਪੰਡਤ ਕਹਿੰਦੇ ਠੀਕ ਆ, ਨਦੀ 'ਚ ਨਹੀਂ ਵੜੇਗੇ। ਉਹ ਤਾਰਨ ਵਾਲੀ ਗੱਲ ਤਾਂ ਸਾਡੇ 'ਚ ਗੱਪ ਕਹਾਣੀ ਆ ਕੇ ਘੁਸੜ ਗਈ, ਵੜ ਗਈ ਵਿੱਚ ਆ ਕੇ। ਹਜੇ ਤਾਂ ਸਾਹਮਣੇ ਠਾਕੁਰ ਪਏ ਨੇ, ਪੱਥਰ ਪਏ ਨੇ, ਤੇ ਇੱਧਰ ਪੰਡਤ ਬੈਠੇ ਨੇ, ਇੱਕ ਬੰਨੇ ਭਗਤ ਰਵਿਦਾਸ ਜੀ ਬੈਠੇ ਨੇ। ਹੁਣ ਜਦੋਂ ਪੰਡਤਾਂ ਨੇ ਜ਼ੋਰ ਲਾਉਣਾ ਸ਼ੁਰੂ ਕਰਤਾ, ਆਪਣੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਹੁਣ ਤੁਸੀਂ ਭਲਾ ਸੋਚੋ, ਜਿਹੜੀ ਨਿਰਜੀਵ ਚੀਜ਼ ਆ ਨਾ, ਤੇ ਉਹ ਸਾਡੇ ਤੱਕ ਕਿਵੇਂ ਆ ਸਕਦੀ ਆ? ਚਲੋ ਕੋਈ ਕੁੱਤਾ ਹੋਵੇ, ਬਿੱਲੀ ਹੋਵੇ, ਕੋਈ ਪੰਛੀ ਹੋਵੇ, ਕਿਸੇ ਤਰ੍ਹਾਂ ਦਾ ਜੀਵ ਹੋਵੇ, ਉਹਨੂੰ ਆਪਾਂ ਕਿਸੇ ਨਾ ਕਿਸੇ ਢਵੇ ਲਾ ਲਿਆ, ਕਿਸੇ ਨਾ ਕਿਸੇ ਬੋਲੀ ਤੇ ਲਾ ਲਿਆ, ਉਹਨੂੰ ਬੁਸ਼ਕਰ ਮਾਰੀ, ਉਹ ਸਾਡੇ ਕੋਲੇ ਆ ਜਾਊ। ਹੁਣ ਪੰਡਤਾਂ ਨੇ ਆਪਣੇ ਮੰਤਰ ਪੜ੍ਹਨੇ ਸ਼ੁਰੂ ਕੀਤੇ। ਪੰਡਤਾਂ ਦੇ ਮੰਤਰ ਪੜ੍ਹਨ ਤੇ ਪੱਥਰ ਉਹ ਬਣਾਈ ਹੋਈ ਪਾਲਕੀ ਦੇ ਵਿੱਚੋਂ ਉੱਠ ਕੇ ਪੰਡਤਾਂ ਤੱਕ ਪਹੁੰਚੇ ਨਹੀਂ। ਅੱਧਾ ਘੰਟਾ, 20 ਮਿੰਟ, ਘੰਟਾ ਮੱਥਾ ਮਾਰਿਆ। ਹਾਨੀ ਸਾਰ ਨੂੰ ਕਹਿਣਾ ਪੈ ਗਿਆ ਕੋਈ ਗੱਲ ਨਹੀਂ ਸੀ, ਦੁਬਾਰੇ ਕੁਝ ਨਾ ਆਪਣੇ ਵੱਲੋਂ ਟਰਾਈ ਕਰਕੇ ਵੇਖਾਂਗੇ। ਅਸੀਂ ਇੱਕ ਵਾਰੀ ਰੁਕਦੇ ਆਂ ਤੇ ਤੁਸੀਂ ਆਪਣੇ ਠਾਕਰ ਨੂੰ ਬੁਲਾਓ। ਰਾਜੇ ਦੇ ਦਿਮਾਗ ਵਿੱਚ ਵੀ ਚੱਲਣ ਲੱਗ ਗਿਆ ਕੰਮ ਵੀ ਭਗਤ ਜਿੱਤੂ ਇੱਥੇ। ਰਾਜੇ ਦੇ ਦਿਮਾਗ ਦੇ ਵਿੱਚ ਵੀ ਖਿਆਲ ਬਣ ਗਿਆ ਨਾ, ਜਿੱਤੂ ਭਗਤ, ਇੱਥੇ ਕੌਣ ਹੋ ਰਿਹਾ? ਭਗਤ ਰਵਿਦਾਸ ਜੀ ਜਿੱਤਣਗੇ। ਹੁਣ ਭਗਤ ਰਵਿਦਾਸ ਜੀ ਕਹਿੰਦੇ ਮੇਰੇ ਤੇ ਟਿੱਕਾ ਟਿੱਪਣੀ ਨਹੀਂ ਕਰਨੀ, ਬਾਅਦ ਵਿੱਚ ਗੱਲ ਕਰਨੀ ਹੈ, ਜੋ ਕਰਨੀ ਹੈ ਆਪਾਂ ਦਲੀਲ ਦੇ ਆਧਾਰ ਤੇ। ਪਹਿਲਾਂ ਜੋ ਮੈਂ ਕੰਮ ਕਰਾਂਗਾ ਉਹਦੇ ਪ੍ਰਥਾਏ, ਤੁਸੀਂ ਪਹਿਲਾਂ ਰੌਲਾ ਨਹੀਂ ਪਾਉਣਾ। ਕਹਿੰਦੇ ਠੀਕ ਹੈ, ਸ਼ਰਤ ਕਬੂਲ ਲਈ। ਰਾਜਾ ਬੈਠਾ ਨਾ ਸਨਮੁਖ, ਰਾਣੀ ਦੀ ਵੀ ਹਾਮੀ ਭਰਤੀ। ਰਾਣੀ ਕਹਿੰਦੀ ਭਗਤ ਜੀ ਤੁਹਾਡੇ ਹੱਕ 'ਚ ਮੈਂ ਖੜੀ ਹਾਂ, ਕੋਈ ਗੱਲ ਨਹੀਂ, ਤੁਸੀਂ ਜੋ ਕਰਨਾ, ਠਾਕੁਰਾਂ ਵਾਲੀ ਗੱਲ ਆ ਨਾ, ਇਹ ਤੁਸੀਂ ਬੁਲਾਓ, ਠਾਕੁਰ ਨੂੰ ਬੁਲਾਓ।
पत्थर नूं पत्थर मींज ठाकुर उहनूं बुलाओ तुसीं, कोई गल नहीं, मैं भी तुहाडे हक च आ। हुण भगत रविदास जी ठाकर नहीं सी लेके आए, वो पत्थर दे पुजारी थोड़े सी नहीं, पर विखाया पत्थर दा पुजारी आ। हुण विखाउण दी गल करिए, भगत जी दा नंगा सिर भी विखाया पिया फोटोआं ते, असीं चक के तुरे फिरदे आ। पर एक सोचो, जिन्हां नूं गुरबाणी च थां मिलिया उन्हां ने दस्तार दी कदर जरूर कीती है। पर कदे सोच गए आपां, जिथे भगत रविदास दे गुरुद्वारे है ना, उत्थे नाल भगत दी पत्थर दी फोटो भी बनाई पई। ओह तां पत्थर दे पुजारी ही नहीं सी, ओह तां पत्थर राजे दरबार विच भी नाल लैके गया। हुण किहड़ा पत्थर भगत जी कोले आउंदा? हुण सोचो। हुण जदों पहिलां वचन हो गए भी तुसीं बोलना नहीं है, तां भगत जी उठे, उठ के जिहड़ी पालकी बनाई है ना, जिथे पत्थर वो आपदे रखी बैठे पालकी च सजा के, जिवें अपना गुरु ग्रंथ साहिब पालकी विच सजे हुए ने, इदां भगत जी खुद जाके पालकी विच सज गए। भगत जी खुद जाके पालकी विच बैठ गए। पंडित वेख रहे ने, नाले राजे कनी भी उंगल करते ने, ये साडे पत्थरां दी मतलब साडे ठाकरां दी नखेधी कर रहा गा। ठाकर पैरां च पए ने, आप जाके पालकी च बह गया। ये पालकी ठाकरां वास्ते बनाई सी, पत्थरां वास्ते। ठाकर मींज पत्थर हुंदा, ठाकुर मींज रब हुंदा। इत्थे आपां ठाकर लफज वरत रहे हां, ठाकुर नहीं, अजे मालक तां है ही इन्हां च कोई। इत्थे सचमुच ठाकुर रब पालकी विच जाके सज गया। ते पालकी विच जदों सजिया ना, अपने वल्लों उच्ची धुन दे विच, अपने वल्लों उच्ची धुन ते वधिया आवाज़ दे विच, रस भरी आवाज़ दे विच जदों शब्द उचारण कीते ना, तों ही मोही मोही तों ही अंतर कैसा। देखो ये प्यार विच भिज के आवाज़ मारी आ, रब जी तेरे विच मेरे विच, मेरे विच ते तेरे विच की अंतर आ, मैनूं अंतर दस दे। इत्थे ना तां पंडितां नूं प्रश्न कीता, ना संगत नूं, ना राजे नूं। इत्थे गल ही भगत रविदास ने अपने हिरदे चों रब नाल साझी कीती आ। ते गुरु नानक दा भी यही उपदेश है, ताइयों गुरु नानक नूं भगत जी चंगा लग्या, चक के अपनी गोदी च बहा लिया। तों ही मोही मोही तों ही अंतर कैसा। जदों आ आवाज़ मारी आ ना, पत्थर तुर पे, पत्थर तुर पे। हुण सोचो, तुसीं सवाल करो भी किहड़े पत्थर तुर पे? अज भोग बड़े थावां ते पैणे ने, अज दे दिन भगत जी दी जन्म संबंधी भोग बड़े थावां ते पैणे ने। माफ करना, 100 दे विचों मेरे अंकड़े मुताबक 10 थाई आ पत्थर तुरनगे, 90 थाई आ पत्थर तुरनगे जिहड़े पत्थरां दे आसे पासे आपां बैठे आ। 10 थाई ना जिहड़े राजस्थान चों पत्थर निकलदा वो पत्थर तुरनगे, ते वाहिगुरू भला करे 90 थाई 10 थाई वो पत्थर तुरनगे जिहड़े सचमुच भगत जी ने तोर ले। वो किहड़े पत्थर तोरे ने? लोक तुर पे। किधर तुर पे? भगत जी दे पैरां वाल आ पत्थर तुरिया, जिहनूं मन नूं पत्थर कहने आपां। यही मन रूपी पत्थर चों भगत धन्ना जी ने रब प्रगट कीता। साडियां गपौड़ लिखतां कहनियां भगत धन्ना जी ने पत्थर चों रब प्रगट कीता। किहड़े पत्थर चों? सवाल तां करके वेख लो ना, किहड़े पत्थर चों प्रगट कीतागा? वो पत्थर मन रूपी पत्थर आ। ते भगत रविदास जी ने जदों आवाज़ मारी ना, शब्द गैन कीते, सचमुच इन्हें प्यार विच भिज के शब्द गैन कीते। जिन्ने लोग तमाशा वेखण आए ने सारे ही भगत रविदास वाले हक च खड़ गए। राणी उठ के भगत रविदास वाले पासे भागी, राजा भी उठ के भगत दे चरनां विच भाग्या। भगत जी असीं तुहाडी रमज समझ गए, तुसीं की उपदेश करदे हो, की कहना चाहुंदे हो, ते की तुहाडा पक्ष है। ते उथों पंडितां नूं मूंह दिखाणी पई। आ दुनियावी पत्थरां दी तां गल ही कोई नहीं। पत्थर तारना तां मन रूपी पत्थर नूं तारो। पत्थर नूं जोड़ना है, मन रूपी पत्थर नूं रब नाल जोड़ो। पत्थर विचों रब प्रगट करना तां मन रूपी पत्थर चों रब प्रगट करो। जदों भगत जी ने इदां बेझिझक हो गए दलेरी दे नाल खरियां खरियां सुनाईयां ना, पंडितां नूं मूंह दिखाणी पई। इत्थे फिर भगत जी ने शब्द उचारण कीता सी, ऐसी लाल तुझ बिन कौन करे। मैं तां कचमियार हां, गरीब हां, शूदर हां, गरीब नवाज गुसैया मेरा माथा छतर धरै। ते छतर किहड़ा? पालकी सजाई भी आ, पालकी भी छतर भी लग्या ना, राजे दरबार विच बैठे आ छतर ये चित्तौड़ दा राजा नहीं चलाउण आया। आ छतर ये चित्तौड़ इलाके दे लोक नहीं लेके आए। आ छतर आ पंडित नहीं लेके आए। आ छतर एक दुनिया दे विचों होर जां मेरे सरीके कबीले चों नहीं लेके आया। ये छतर तू ही लवाया। तेरी बख्शिश किरपा सदका ये मेरे मत्थे ते छतर झुल गया।
ਤੇ ਹੁਣ ਮੰਨੋ ਆਪਾਂ ਵੀ ਭਗਤ ਜੀ ਨੇ ਪੱਥਰ ਪਾਣੀ 'ਚ ਤੋੜਨ ਦੀ ਕਹਾਣੀ ਤਾਂ ਜੀ ਛੇੜੂ ਹੀ ਨਹੀਂ। ਪਹਿਲਾਂ ਨਤੀਜਾ ਹੋ ਗਿਆ, ਪਹਿਲੀ ਫੇਲ ਪਾਸ ਦੀ ਕਹਾਣੀ ਜਿਹੜੀ ਸਾਡੇ ਸਾਹਮਣੇ ਬਣ ਕੇ ਆ ਗਈ। ਹੁਣ ਆਪਾਂ ਸੋਚੋ ਭਗਤ ਜੀ ਕਿਹੜੇ ਪੱਥਰ ਨੂੰ ਮਾਨਤਾ ਦਿੰਦੇ ਨੇ, ਭਗਤ ਜੀ ਕਿਹੜੇ ਪੱਥਰ ਨੂੰ ਮਾਨਤਾ ਦਿੰਦੇ ਨੇ? ਫਿਰ ਉਹ ਪੱਥਰ ਸਾਡਾ ਮਨ ਹੈ। ਗੁਰੂ ਕਿਰਪਾ ਕਰੇ ਅਸੀਂ ਇਸ ਸੱਚਾਈ ਨੂੰ ਜ਼ਰੂਰ ਸਮਝੀਏ। ਤੇ ਫਿਰ ਭਗਤ ਜੀ ਦੀ ਮਹਿਮਾ 4 ਚੁਫੇਰੇ ਬਨਾਰਸ ਦੀ ਧਰਤੀ ਤੇ ਫੈਲ ਗਈ। ਪੰਡਤ ਦੁਖੀ ਹੋ ਗਏ। ਇੱਕ ਮੈਂ ਨਾਲ ਥੋੜੀ ਜਿਹੀ ਹੋਰ ਗੱਲ ਕਹਿ ਦੇਵਾਂ। ਪੰਡਤਾਂ ਦਾ ਦੁਖੀ ਹੋਣ ਦਾ ਕਾਰਨ ਇੱਥੇ ਇੱਕ ਯੋਧਾ ਹੋਰ ਬੈਠਾ ਗਾ। ਭਗਤ ਰਵਿਦਾਸ ਜੀ ਤਾਂ ਬੈਠੇ ਨੇ, ਇੱਕ ਯੋਧਾ, ਇੱਕ ਬੱਬਰ ਸ਼ੇਰ ਕਹਿ ਲੋ, ਉਹਨਾਂ ਆਪਣੇ ਇੱਕ ਸ਼ੇਅਰ ਲਿਖਿਆ ਹੁੰਦਾ ਗਾ, ਕਹਿੰਦੇ ਜੰਗਲਾਂ 'ਚ ਕਦੇ ਵੋਟਾਂ ਨਹੀਂ ਪੈਂਦੀਆਂ, ਸ਼ੇਰ ਆਪਣੀ ਹਿੱਕ ਦੇ ਦਮ ਤੇ ਜੰਗਲ 'ਚ ਰਾਜ ਕਰਦੇ ਨੇ। ਵੈਸੇ ਤਾਂ ਹਰੇਕ ਹੀ ਲਿਖਾ ਲੈਂਦਾ ਤੇ ਹਰੇਕ ਹੀ ਆਪਣੇ ਫੋਨ ਤੇ ਵੀ ਪਹਿਲੇ ਅੱਖਰ ਉਹੀ ਸ਼ੋਅ ਕਰਦਾ ਗਾ, ਪਰ ਚੇਤਾ ਰੱਖਿਓ ਅਸੀਂ ਲਿਖਣ ਵਾਲੇ ਆ ਤੇ ਅਸੀਂ ਕੇਵਲ ਉਹਨੂੰ ਪੜ੍ਹਨ ਵਾਲੇ ਆ। ਪਰ ਆਪਾਂ ਸੋਚਣਾ ਵੀ ਹਿੱਕ 'ਚ ਭਗਤ ਰਵਿਦਾਸ ਵਾਲਾ ਜ਼ੋਰ ਦਮ ਹੈਗਾ ਜਾਂ ਨਹੀਂ ਹੈਗਾ। ਉਹ ਤਾਂ ਹੈ ਹੀ ਨਹੀਂਗਾ। ਪਰ ਉਹ ਤੁਕ ਭਾਵੇਂ ਵਰਤੀ ਅਸੀਂ ਆ, ਲਿਖਾਈ ਅਸੀਂ ਆ, ਬੋਲੀ ਅਸੀਂ ਆ, ਪਰ ਉਹ ਤੁਕ ਆ 2 ਬੱਬਰ ਸ਼ੇਰਾਂ ਤੇ ਟੁਕਦੀ ਆ, ਜਿਨ੍ਹਾਂ ਨੇ ਜੰਗਲ ਰਾਜ ਵਿੱਚ ਬਿਨਾਂ ਵੋਟਾਂ ਤੋਂ ਰਾਜ ਕੀਤਾ ਗਾ। ਮਤਲਬ ਜੰਗਲ ਰਾਜ ਜਿੱਥੇ ਵਿਰੋਧੀ ਹੀ ਵਿਰੋਧੀ ਹੋਣ, ਜਿੱਥੇ ਹਰ ਟਾਈਮ ਸਾਡੀ ਕੋਈ ਨਾ ਕੋਈ ਗਲਤ ਪੁਆਇੰਟ ਲੱਭਣ ਦੇ ਲਈ ਤਿਆਰ ਹੋਣ, ਉਸ ਰਾਜ ਵਿੱਚ, ਉਸ ਦੁਨੀਆ ਵਿੱਚ ਆ ਬੱਬਰ ਸ਼ੇਰਾਂ ਨੇ ਰਾਜ ਕੀਤਾ ਗਾ ਬਿਨਾਂ ਵੋਟਾਂ ਤੋਂ। ਉਹ ਤਾਂ ਬਾਅਦ ਵਿੱਚ ਪਿਆਰ ਦੀਆਂ ਵੋਟਾਂ ਪਈਆਂ ਨੇਗੀਆਂ, ਉਹ ਇਹ ਨਹੀਂ ਹੈ ਪਹਿਲਾਂ ਪੈ ਗਈਆਂ ਨਾ, ਬਾਅਦ ਵਿੱਚ ਹੈ ਹਾਮੀ ਭਰੀ ਹੈ ਲੋਕਾਂ ਨੇ। ਪਹਿਲਾਂ ਤਾਂ ਸਾਰੇ ਤਕੜਿਆਂ ਵੱਲੋਂ ਹੀ ਸੀ, ਇਹ ਤਾਂ ਬਾਅਦ ਵਿੱਚ ਹੱਕ 'ਚ ਖੜੇ ਨੇ ਵੀ ਠੀਕ ਹੈ ਵੀ ਤੂੰ ਸਹੀ ਆ, ਉਹ ਗਲਤ ਨੇ। ਫਿਰ ਇੱਥੇ ਇੱਕ ਬੱਬਰ ਸ਼ੇਰ ਹੋਰ ਆ, ਉਹ ਕਿਹੜਾ ਗਾ? ਜਿਹੜਾ ਬਿਨਾਂ ਵੋਟਾਂ ਤੋਂ ਰਾਜਾ ਭਗਤ ਕਬੀਰ ਸਾਹਿਬ। ਫਿਰ ਭਗਤ ਇੱਧਰੋਂ ਭਗਤ ਜੀ ਨੇ ਏਦਾਂ ਇਹਨਾਂ ਨੂੰ ਨਖੇਦੀ ਕੀਤੀ ਤੇ ਇਹਨਾਂ ਦੇ ਕਟਾਸ਼ ਕੀਤੀ, ਇਹਨਾਂ ਲੋਕਾਂ ਨੂੰ ਮੂੰਹ ਦੀ ਖਾਣੀ ਪਈ, ਨੱਕ ਨਾਲ ਲਕੀਰਾਂ ਕਢਵਾਤੀਆਂ, ਹੋਰ ਵੀ ਕਈ ਬਹੁਤ ਕੁਛ ਕੀਤਾ। ਭਗਤ ਜੀ ਨੂੰ ਸੱਚ ਬੋਲਣ ਕਰਕੇ 2 ਵਾਰੀ ਜੇਲ੍ਹ ਵਿੱਚ ਵੀ ਜਾਣਾ ਪਿਆ, ਬੰਦੀਖਾਨੇ ਵਿੱਚ ਵੀ ਜਾਣਾ ਪਿਆ। ਸੁਭਾਵਕ ਆ, ਸੱਚ ਦੇ ਅਸ਼ਕ ਜੇਲ੍ਹਾਂ ਵਿੱਚ ਜਾ ਵੜਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਉਹਨਾਂ ਲਈ ਜੇਲ੍ਹ ਵੀ ਉਹੀ ਹੈ ਤੇ ਘਰ ਵੀ ਸੇਮ ਹੀ ਆ, ਸੱਚ ਬੋਲਣ ਦੇ ਲਈ। ਫਿਰ ਭਗਤ ਕਬੀਰ ਸਾਹਿਬ ਜੀ ਨੇ ਇਹਨਾਂ ਲੋਕਾਂ ਵੱਲ ਹੱਥ ਕਰਕੇ ਇੱਕ ਦਿਨ ਬਨਾਰਸ ਦੀ ਧਰਤੀ ਤੇ ਕਿਹਾ ਸੀ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੈ ਹੱਥ ਨਵੱਗ, ਕੋਈ ਹਰ ਕੇ ਸੰਤ ਨਾ ਆਖੀਐ, ਇਹ ਕੌਣ ਨੇ? ਬਨਾਰਸ ਕੇ ਠੱਗ। ਇਹ ਕਦੋਂ ਗੱਲ ਕਹੀ? ਜਦੋਂ ਐਨ ਬਿਲਕੁਲ ਸਿਖਰਾਂ ਤੇ ਠੱਗੀਆਂ ਵੱਜਦੀਆਂ ਸਨ। ਤੁਸੀਂ ਕੁਛ ਨਹੀਂ ਕਰਨਾ, ਗਿਆਨ ਨਹੀਂ ਲੈਣਾ, ਗਿਆਨ ਦੀ ਗੱਲ ਨਹੀਂ ਕਰਨੀ, ਸੱਚ ਸੁਣਨਾ ਨਹੀਂ, ਸੱਚ ਬੋਲਣਾ ਨਹੀਂ, ਬਸ ਗੁਲਾਮ ਬਣ ਕੇ ਸਾਡੇ ਰਹੋ। ਆਪਣੀਆਂ ਨੂੰਹਾਂ, ਧੀਆਂ, ਬਹੂ, ਬੇਟੀਆਂ, ਧਨ ਦੌਲਤ, ਜ਼ਮੀਨ ਜਾਇਦਾਦ ਸਭ ਕੁਝ ਸਾਡੇ ਨਾਂ ਕਰਵਾ ਦਿਓ। ਇਹ ਕੁਛ ਅੱਜ ਵੀ ਹੋ ਰਿਹਾ ਨਾ। ਇਹ ਲੜਾਈ ਅੱਜ ਦੇ ਵਿਸ਼ੇ ਤੇ ਇਹੀ ਬਣ ਗਈ ਨਾ, ਅੱਜ ਸੇਮ ਹੀ ਆ ਇਹ ਸਾਰਾ ਕੁਛ। ਆ ਹਾਲਾਤਾਂ ਵਿੱਚ ਭਗਤ ਰਵਿਦਾਸ ਨੇ ਉਂਗਲੀ ਖੜੀ ਕਰਕੇ ਕਿਹਾ ਸੀ, ਆ ਬਨਾਰਸ ਦੇ ਠੱਗ ਨੇ ਭਾਈ। ਤੇ ਇਹਨਾਂ ਲੋਕਾਂ ਨੂੰ ਸਾਡੇ ਲੋਕੀ ਕਹਿੰਦੇ ਨੇ ਜੀ ਉਹ ਸੰਤ ਨੇ, ਉਹ ਰੱਬ ਦੇ ਪਿਆਰੇ ਨੇ। ਭਗਤ ਕਬੀਰ ਕਹਿੰਦਾ ਨਹੀਂ, ਤੁਸੀਂ ਕਹਿੰਦੇ ਹੋ ਪਰ ਅਸੀਂ ਨਹੀਂ ਕਹਿੰਦੇ, ਬਨਾਰਸ ਕੇ ਠੱਗ ਨੇ। ਫਿਰ ਭਗਤ ਕਬੀਰ ਸਾਹਿਬ ਨੇ ਜਦੋਂ ਇਹ ਗੱਲ ਕਹੀ ਆ ਨਾ, ਉਦੋਂ ਸ਼ਾਇਦ ਇਕੱਲੇ ਸੀ, ਤੇ ਪਰ ਜਦੋਂ ਇਹ ਗੱਲ ਦੀ ਆਊਟਪੁੱਟ ਨਿਕਲੀ ਵੀ ਵਾਕਈ ਯਾਰ ਜਿਹੜੀ ਗੱਲ ਦਾ ਮੈਸੇਜ ਸਾਨੂੰ ਭਗਤ ਕਬੀਰ ਜੀ ਨੇ ਦਿੱਤਾ ਨਾ ਉਹ ਸਹੀ ਆ, ਆਪਾਂ ਤਾਂ ਭੋਲਾਂਗੇ, ਆਪਣੇ ਆਪ ਨੂੰ ਚਰਵਾ ਕੇ ਵੱਢ ਕੇ ਆ ਖੂਹ 'ਚ ਡਿੱਗ ਕੇ ਮਰੀ ਜਾਂਦੇ ਆਂਗੇ, ਆਪਾਂ ਸਾਰਾ ਕੁਛ ਇਹਨਾਂ ਨੂੰ ਲੁਟਾਈ ਜਾਂਦੇ ਆਪਣਾ। ਜਾਗ ਪਏ ਲੋਕ, ਉਹ ਲਾਈਨ ਤੋੜ ਕੇ ਇੱਧਰ ਭਗਤ ਕਬੀਰ ਵਾਲੀ ਲਾਈਨ 'ਚ ਖੜ ਗਏ ਸਾਰੇ ਲੋਕ, ਇਧਰਲੇ ਪਾਸੇ ਖੜ ਗਏ। ਪਹਿਲਾਂ ਉਧਰ ਲੈਣ ਸੀ ਨਾ, ਪਹਿਲਾਂ ਮੈਨੂੰ ਵੱਢੋ, ਮੈਂ ਆ ਖੂਹ 'ਚ ਡਿੱਗ ਕੇ ਮਰਨਾ, ਮੇਰੀ ਧੀ, ਬਹੂ, ਬੇਟੀ, ਜਾਇਦਾਦ, ਜ਼ਮੀਨ, ਘਰ-ਬਾਰ ਸਭ ਆਪਣੇ ਨਾਂ ਲਵਾ ਲਓ। ਤੇ ਉਹ ਲੈਣ ਤੋੜ ਕੇ ਭਗਤ ਜੀ ਨੇ ਆਪਣੇ ਇਧਰ ਗੁਰਬਾਣੀ ਵਾਲੇ ਪੱਖ ਦੇ ਵਿੱਚ ਖੜਾਏ ਲੋਕ। ਫਿਰ ਇਹਨਾਂ 2 ਬੱਬਰ ਸ਼ੇਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਵੀ ਇੱਕ ਦਿਨ ਮਿਲਣ ਜਾਂਦੇ ਨੇ। ਅੰਦਰ ਪਿਆਰ ਜਾਗਿਆ, ਆਵਾਜ਼ ਪੈਂਦੀ ਆ, ਜਿਵੇਂ ਦਮਦਮਾ ਸਾਹਿਬ ਤੇ ਨਾ ਆਵਾਜ਼ ਪੈਂਦੀ ਹੈ ਕਿਹੜੀ, ਵੀ ਨੰਦੇੜ ਦੀ ਧਰਤੀ ਤੇ ਚੱਲ। ਖਿੱਚ ਪੈ ਰਹੀ ਹੈ, ਕਿਤੇ ਕੋਈ ਪ੍ਰੇਮੀ ਆਵਾਜ਼ ਮਾਰ ਰਿਹਾ ਹੈਗਾ। ਸੱਚਾਈ ਆ, ਆਪਾਂ ਕਈ ਵਾਰ ਬੰਦੇ ਨੂੰ ਕਹਿੰਦੇ ਨੇ ਤੈਨੂੰ ਯਾਦ ਹੀ ਕਰੀ ਜਾਂਦੀ, ਲੈ ਉਹ ਆ ਗਿਆ।
ਤੇ ਯਾਦ ਕੌਣ ਕਰਦਾ? ਕਿਤੇ ਨਾ ਕਿਤੇ ਬੈਠਾ ਕੋਈ ਰੱਬੀ ਪਿਆਰਾ ਯਾਦ ਕਰਦਾ। ਫਿਰ ਜਾਣਾ ਪਿਆ, ਹੈ ਨਾ। ਇਧਰੋਂ ਗੁਰੂ ਨਾਨਕ ਸਾਹਿਬ ਨੂੰ ਵੀ ਯਾਦ ਕਰਨ ਵਾਲੇ ਵੀ ਸਾਡੀ ਥੋੜੀ ਸਪੋਰਟ ਕਰਕੇ ਜਾਵੇ ਨਾ ਕੋਈ। ਹੁਣ ਕੰਮ ਤਾਂ ਅਸੀਂ ਖਿੱਚ ਲਿਆ, ਬਹੁਤ ਵੱਡੇ ਪੱਧਰ ਤੇ ਖਿੱਚ ਲਿਆ, ਹੁਣ ਸਾਡੀ ਥੋੜੀ ਜਿਹੀ ਸਪੋਰਟ ਹੋਰ ਕਰਦੇ ਕੋਈ ਆ ਕੇ। ਫਿਰ ਗੁਰੂ ਨਾਨਕ ਸਾਹਿਬ ਜੀ ਇੱਥੇ ਪਹੁੰਚੇ। ਗੋਪਾਲ ਦਾਸ ਦੀ ਸਰਾਂ ਵਿੱਚ ਪੰਡਤ ਚਤਰਦਾਸ ਜੀ ਨੂੰ ਆ ਕੇ ਪਹਿਲਾਂ ਮਿਲਦੇ ਨੇ ਗੁਰੂ ਨਾਨਕ ਸਾਹਿਬ। ਇਹ ਪੰਡਤ ਚਤਰਦਾਸ ਇਹ ਆਪਣੀ ਚਤਰਾਈ ਛੱਡ ਕੇ ਭਗਤ ਕਬੀਰ ਤੇ ਰਵਿਦਾਸ ਦਾ ਆਸ਼ਕ ਬਣ ਗਿਆ ਸੀਗਾ। ਭਗਤ ਕਬੀਰ ਤੇ ਰਵਿਦਾਸ ਦਾ ਪ੍ਰੇਮੀ ਬਣ ਗਿਆ ਸੀਗਾ। ਤੇ ਇਹਨੇ ਸਭ ਤੋਂ ਪਹਿਲਾਂ ਆ ਕੇ ਮਿਲਾਇਆ, ਕਹਿੰਦਾ ਆਓ ਤੁਹਾਨੂੰ ਮੈਂ ਮਿਲਾਉਣਾ। ਕਿਹਦੇ ਨਾਲ? ਜਿਹਨੂੰ ਤੁਸੀਂ ਮਿਲਣਾ ਹੈ ਨਾ, ਜਮਾ ਸੇਮ ਤੁਹਾਡੇ ਵਾਲੇ ਵਿਚਾਰ ਹੀ ਆ ਉਹਨਾਂ ਦੇ, ਆਓ ਮਿਲਾਉਣਾ। ਬਾਬਾ ਨਾਨਕ ਕਹਿੰਦਾ ਅਸੀਂ ਮਿਲਣੀ ਉਹਨੂੰ ਆਏ ਆ। ਫਿਰ ਇੱਥੇ ਗੁਰੂ ਨਾਨਕ ਸਾਹਿਬ ਜੀ ਵੀ ਇਹਨਾਂ ਨੂੰ ਮਿਲਦੇ ਨੇ। ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਇੱਥੇ ਨਾ ਬੈਠੇ ਰਹੋ ਤੁਸੀਂ, ਹੁਣ ਉੱਠੋ, ਹੁਣ ਇੱਥੇ ਨਾ ਬੈਠੇ ਰਹੋ, ਹੁਣ ਤੁਸੀਂ ਉੱਠੋ। ਉੱਠ ਕੇ ਕਰਨਾ ਕੀ ਆ? ਉੱਠ ਕੇ ਆਪਾਂ ਨਾ ਇਹੀ ਗੱਲਾਂ ਬਨਾਰਸ 'ਚ ਨਹੀਂ, ਇਹ ਆਪਾਂ ਆਸੇ ਪਾਸੇ ਫੈਲਾਉਣੀਆਂ। ਕਿਉਂ ਫੈਲਾਉਣੀਆਂ? ਜੇ ਤੁਸੀਂ ਇੱਥੇ ਬੈਠੇ ਰਹੇ ਨਾ, ਇਹਨਾਂ ਦੀਆਂ ਟੱਲੀਆਂ 'ਚ ਤਾਕਤ ਬੜੀ ਆ। ਇਹਨਾਂ ਦੀਆਂ ਟੱਲੀਆਂ 'ਚ ਬਾਬਾ ਨਾਨਕ ਕਹਿੰਦਾ ਬੜੀ ਤਾਕਤ ਆ। ਇਹਨਾਂ ਦੀਆਂ ਟੱਲੀਆਂ ਨੇ ਤੁਹਾਡੀ ਸੱਚ ਦੀ ਆਵਾਜ਼ ਨੂੰ ਇੱਥੇ ਰੋਲ ਦੇਣਾ, ਇੱਥੇ ਹੀ ਰੋਲ ਦੇਣਾਗਾ। ਇਹਨਾਂ ਦੀਆਂ ਟੱਲੀਆਂ ਦੀ ਆਵਾਜ਼ 'ਚੋਂ ਬਾਹਰ ਨਿਕਲੋ, ਆਪਣੀ ਆਵਾਜ਼ ਬਾਹਰ ਜਾ ਕੇ ਬੁਲੰਦ ਕਰੋ। ਫਿਰ ਇੱਥੇ ਇੱਕ ਨਹੀਂ, ਪੰਡਤ ਚਤਰਦਾਸ, ਭਗਤ ਕਬੀਰ, ਭਗਤ ਰਵਿਦਾਸ, ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ। ਕਿੰਨੇ ਜਣੇ ਹੋ ਗਏ? 5 ਹੋ ਗਏ। ਤੇ 5 ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕੀਤੇ ਨੇ। 5 ਪ੍ਰਵਾਨ, 5 ਪ੍ਰਧਾਨ, 5 ਪਿਆਰੀ ਹੋ ਗਏ, 5 ਹੋ ਗਏ। ਹੁਣ ਕਿਸੇ ਦੇ ਲੈਣ ਦੇ ਨਹੀਂ। ਫਿਰ ਇੱਥੋਂ ਸੱਚ ਦੀ ਆਵਾਜ਼ ਵੱਡੇ ਪੱਧਰ ਤੇ ਸ਼ੁਰੂ ਕਰਤੀ। ਫਿਰ ਭਗਤ ਰਵਿਦਾਸ ਜੀ ਦਾ ਆਪਾਂ ਸ਼ਬਦ ਪੜਿਆ ਸੀ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆਂ ਮੇਰਾ ਮਾਥਾ ਛਤਰ ਧਰੈ। ਗੁਸਈਆਂ ਮੇਰਾ ਮਾਥਾ ਛਤਰ ਧਰੈ। ਮੱਥੇ ਤੇ ਕਿਵੇਂ ਛਤਰ ਝੂਲਦਾ? ਸਭ ਤੋਂ ਪਹਿਲਾਂ ਅੰਦਰੂਨੀ ਲੈਵਲ ਤੇ ਗਿਆਨ ਦਾ ਛਤਰ, ਤੇ ਦੂਜੇ ਪੱਖ ਤੇ ਭਗਤ ਜੀ ਖੁਦ ਠਾਕਰਾਂ ਵਾਲੇ ਥਾਂ ਤੇ ਜਾ ਕੇ ਪਾਲਕੀ ਵਿੱਚ ਸ਼ੋਭਤ ਹੋ ਗਏ ਸੀ। ਪਾਲਕੀ ਵਿੱਚ ਬੈਠ ਕੇ ਰੱਬ ਨੂੰ ਸੱਚਮੁੱਚ ਆਵਾਜ਼ ਮਾਰੀ ਤੇ ਰੱਬ ਪ੍ਰਗਟ ਹੋ ਗਿਆ। ਰੱਬ ਕਿਹਦੇ 'ਚ? ਦੁਨੀਆ 'ਚ। ਦੁਨੀਆ ਸਾਰੀ ਭਗਤ ਜੀ ਦੇ ਚਰਨਾਂ ਵਿੱਚ ਆ ਕੇ ਡਿੱਗ ਪਈ। ਤੇ ਝਾਲੀ ਰਾਣੀ ਉਹ ਤਾਂ ਪਹਿਲੀ ਪ੍ਰੇਮਣ ਸੀ। ਉਹ ਕਹਿੰਦੀ ਮੈਂ ਆਸ਼ਿਕ ਹਾਂ ਕਿਹਦੀ? ਭਗਤ ਕਬੀਰ ਜੀ ਦੇ ਬੋਲਾਂ ਦੀ, ਤਣ ਦੀ ਆਸ਼ਿਕ ਨਹੀਂ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਵੱਡੇ ਪੱਧਰ ਤੇ ਆਪਣਾ ਜੋ ਗਿਆਨ ਆ ਉਹ ਦੁਨੀਆ ਨੂੰ ਵੰਡਿਆ। 40 ਸ਼ਬਦ 16 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇਗੇ। ਕਿੱਤਾ ਚੰਮ ਦਾ, ਪਰ ਆਪਾਂ ਪਹਿਲਾਂ ਗੱਲ ਕਰ ਲਈ ਵੀ ਆਪਾਂ ਚੰਮ ਦੇ ਕਿੱਤੇ ਵਾਲੇ ਨੂੰ ਚਮਾਰ ਕਹਿ ਰਹੇ ਹਾਂ, ਪਰ ਹਾਂ ਅਸੀਂ ਸਾਰੇ ਚਮਾਰ। ਪਰ ਤੁਸੀਂ ਮੰਨ ਲਿਓ ਇਸ ਗੱਲ ਨੂੰ, ਇਹ ਨਾ ਹੋ ਵੀ ਸੁਣ ਵੀ ਲੈਤੀ ਤੇ ਮੰਨੀ ਨਹੀਂ। ਸਾਰਿਆਂ ਦਾ ਧਿਆਨ ਚੰਮ ਤੇ ਇੱਕ ਦੂਜੇ ਦੇ ਤੇ। ਕਿਹਦਾ ਚੰਮ ਕਾਲਾ, ਕਿਹਦਾ ਚੰਮ ਗੋਰਾ, ਕਿਹਦਾ ਚੰਮ ਲਾਲ ਆ, ਕਿਹਦਾ ਚੰਮ ਕਿਹੋ ਜਿਹਾ। ਚੰਮ ਤੇ ਧਿਆਨ ਆ। ਜੇ ਨਹੀਂ ਧਿਆਨ ਹੈ ਤਾਂ ਦੱਸ ਦਿਓ। ਪਰ ਭਗਤ ਕਬੀਰ ਨੇ ਚੰਮ ਤੇ ਧਿਆਨ ਨਹੀਂ ਦਿੱਤਾ। ਉਹ ਰਾਣੀ ਦੇ ਚਮਕ ਤੇ ਵੀ ਧਿਆਨ ਦੇ ਸਕਦਾ ਸੀਗਾ। ਝਾਲੀ ਰਾਣੀ ਦੇ ਚੰਮ ਤੇ ਧਿਆਨ ਦੇ ਸਕਦਾ ਸੀ। ਝਾਲੀ ਰਾਣੀ ਉਦੋਂ ਸਿਆਣੀ, ਉਹ ਵੀ ਭਗਤ ਰਵਿਦਾਸ ਜੀ ਦੇ ਚੰਮ ਤੇ ਧਿਆਨ ਦੇ ਸਕਦੀ ਸੀ। ਨਹੀਂ, ਚੰਮ ਤੇ ਧਿਆਨ ਨਹੀਂ, ਭਾਵ ਉਹਦੇ ਦਮ ਤੇ ਧਿਆਨ ਦਿੱਤਾ, ਉਹਦੇ ਅੰਦਰੋਂ ਆ ਰਹੀ ਆਵਾਜ਼ ਤੇ ਧਿਆਨ ਦਿੱਤਾ। ਤੇ ਆਪਾਂ ਵੀ ਆਵਾਜ਼ ਸੁਣਨੀ ਆ ਕਿਹਦੀ? ਗੁਰੂ ਗ੍ਰੰਥ ਸਾਹਿਬ ਦੀ, ਭਗਤ ਰਵਿਦਾਸ ਦੀ, ਭਗਤ ਕਬੀਰ, 15 ਭਗਤ, 11 ਭੱਟ, 3 ਗੁਰਸਿੱਖ ਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਸਾਡੇ ਕੋਲੇ ਸੁਸ਼ੋਭਤ ਹੈ। ਫਿਰ ਅੱਗੇ ਭਗਤ ਜੀ ਕਹਿੰਦੇ ਨੇ ਜਾ ਕੀ ਛੋਤ ਜਗਤ ਕੋ ਲਾਗੈ। ਪਾਤਸ਼ਾਹ ਜੀ ਕਹਿੰਦੇ ਤਾਂ ਪਰ ਤੂੰ ਹੀ ਧਰੈ। ਛੋਤ ਤੋਂ ਭਾਵ ਛੂ ਜਾਣਾ, ਟੱਚ ਹੋ ਜਾਣਾ। ਸੱਚੇ ਪਾਤਸ਼ਾਹ ਹੁਣ ਮੈਂ ਜਿੱਥੇ ਜਿੱਥੇ ਜਾ ਕੇ ਟੱਚ ਹੁੰਦਾ ਨਾ, ਜਾਂ ਮੇਰੇ ਨਾਲ ਦਾਨੇ ਪੁਰਖ ਆ ਕੇ ਟੱਚ ਹੁੰਦੇ ਨੇ, ਇੱਕ ਦੂਜੇ ਨੂੰ ਛੋਹ ਲੱਗ ਰਹੀ ਆ। ਪਹਿਲਾਂ ਤਾਂ ਲੋਕ ਡਰਦੇ ਸੀ ਵੀ ਕਿਤੇ ਪਰਛਾਵਾਂ ਨਾ ਪੈ ਜੇ ਇਹਦਾ, ਪਰ ਹੁਣ ਮੇਰੀ ਟੱਚ ਨੂੰ ਤਰਸਦੇ ਨੇ। ਇਹ ਤੇਰੀ ਕਿਰਪਾ। ਪਹਿਲਾਂ ਤਾਂ ਕਹਿੰਦੇ ਸੀ ਨਾ ਇਹ ਨੀਵੀਂ ਜਾਤ ਦਾ, ਡਰਦੇ ਸੀ ਪਰਛਾਵੇਂ ਤੋਂ ਵੀ, ਹੁਣ ਟੱਚ ਹੋਣ ਦੇ ਲਈ ਤਰਸਦੇ ਨੇ। ਟੱਚ ਮੀਨਜ਼ ਆਵਾਜ਼ ਸੁਣਨ ਦੇ ਲਈ ਤਰਸਦੇ ਨੇਗੇ। ਫਿਰ ਅੱਗੇ ਨੀਚੋਂ ਊਚ ਕਰੇ ਮੇਰਾ ਗੋਬਿੰਦ। ਹੁਣ ਇੱਥੇ ਆ ਕੇ ਉਹ ਲਫ਼ਜ਼ ਵਰਤਣੇ ਅਤੀ ਜ਼ਰੂਰੀ ਨੇ। ਭਾਵ ਜਿਹੜਾ ਕੱਲ ਨੀਚ ਕਹਿੰਦੇ ਸੀ ਅੱਜ ਉੱਚਾ ਹੋ ਗਿਆ। ਨੀਚੋਂ ਊਚ ਕਰੇ, ਇਹ ਵੋਟਾਂ ਪਾ ਕੇ ਉੱਚਾ ਨਹੀਂ ਹੋਇਆਗਾ। ਇਹ ਕਿਸੇ ਮੰਤਰੀ ਦੇ ਪੈਰਾਂ ਵਿੱਚ ਬੈਠ ਕੇ ਉੱਚਾ ਨਹੀਂ ਹੋਇਆਗਾ। ਇਹ ਕਿਸੇ ਦੇ ਕਹਿਣ ਤੇ ਉੱਚਾ ਰੁਪਈਏ ਦੇ ਕੇ ਨਹੀਂ ਹੋਇਆਗਾ। ਨੀਚੋਂ ਊਚ ਕਰੇ ਮੇਰਾ ਗੋਬਿੰਦ। ਗੋਬਿੰਦ ਨੇ ਉੱਚਾ ਕੀਤਾਗਾ ਕਾਹਦੇ ਕਰਕੇ? ਗਿਆਨ ਕਰਕੇ। ਨੀਚੋਂ ਊਚ ਕਰੇ ਮੇਰਾ ਗੋਬਿੰਦ। ਫਿਰ ਅੱਗੇ ਪਾਸ਼ਾ ਜੀ ਕਹਿੰਦੇ ਨੇ ਕਾਹੂ ਤੇ ਨਾ ਡਰੇ, ਮੈਨੂੰ ਡਰ ਕੀਦਾਗਾ। ਫਿਰ ਅੱਗੇ ਇਸ਼ਾਰਾ ਕੀਤਾ, ਮੈਂ ਤਾਂ ਇਹਨਾਂ ਮੇਰੇ ਭਰਾਵਾਂ ਨੂੰ ਦੇਖ ਦੇਖ ਕੇ ਨਾ ਇਹਨਾਂ ਤੋਂ ਕੁਝ ਮੱਤ ਲੈ ਕੇ ਇਹੋ ਜਿਹਾ ਜੀਵਨ ਬਣਾਏਗਾ। ਜ਼ਿਕਰ ਕਿਹਦਾ ਕੀਤਾ? ਨਾਮਦੇਵ ਕਬੀਰ ਤਰਲੋਚਨ ਸਦਨਾ ਸੈਣ ਤਰੈ। ਨਾਮਦੇਵ ਕਬੀਰ ਤਰਲੋਚਨ ਸਦਨਾ ਸੈਣ ਤਰੈ।
ਹੈ ਇਹ ਤਰ ਸਕਦੇ ਨੇ, ਮੈਂ ਵੀ ਤਰ ਸਕਦਾਗਾ। ਭਗਤ ਧੰਨਾ ਜੀ ਕਹਿੰਦੇ ਜੀ ਆਹ ਤਰ ਸਕਦੇ ਤਾਂ ਮੈਂ ਵੀ ਤਰ ਸਕਦਾਗਾ। ਇੱਕ ਦੂਜੇ ਦੀ ਰੀਸ ਨਾਲ ਕਾਫੀ ਟਾਈਮ ਪਹਿਲਾਂ ਆਪਾਂ ਗੱਲ ਕੀਤੀ ਸੀ, ਰੀਸ ਕਰਨੀ, ਚੰਗੇ ਕੰਮਾਂ ਦੀ ਰੀਸ ਕਰਨੀ ਜ਼ਰੂਰ ਚਾਹੀਦੀ ਹੈ, ਆਪਾਂ ਵੀ ਕਰੀਏ। ਫਿਰ ਅੱਗੇ ਰਾਸ਼ਟ ਵਿੱਚ ਕਹਿੰਦੇ ਕਹੇ ਰਵਿਦਾਸ ਸੁਨੋ ਰੇ ਸੰਤੋ, ਸੰਤੋ ਮੀਨਜ ਸਾਧ ਸੰਗਤ, ਕਹਿਤ ਕਬੀਰ ਸੁਨੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਉਹ ਪਰਮਾਤਮਾ ਨੇ ਸਾਡੇ ਸਾਰੇ ਕਾਰਜ ਰਾਸ ਕਰਨੇ ਨੇ ਤੇ ਉਹ ਪਰਮਾਤਮਾ ਦੇ ਨਾਲ ਆਪਾਂ ਸਾਰੇ ਜੁੜ ਗਏ। ਅੱਜ ਆਪਾਂ ਭਗਤ ਰਵਿਦਾਸ ਜੀ ਦੇ ਜੀਵਨ ਵਿੱਚੋਂ ਪੱਥਰ ਤਾਰਨ ਵਾਲੀ ਸਾਖੀ ਸੁਣੀ ਆ। ਗੱਪ ਕੀ ਸੀ, ਸੱਚ ਕੀ ਆ, ਤੇ ਭਗਤ ਰਵਿਦਾਸ ਜੀ ਤੇ ਕਿਹੜਾ ਛਤਰ ਝੁੱਲਿਆ। ਭਗਤ ਰਵਿਦਾਸ ਜੀ ਦੀ ਜ਼ਿੰਦਗੀ ਦੇ ਅਹਿਮ ਗੁਣ ਵੇਖੇ ਨੇ ਅੱਜ ਦੀ ਬਾਣੀ ਚੋਂ। ਇੱਥੋਂ ਤੱਕ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ